बहू ना छाड़े खेत आनंद गुणी निदान गुरु गरीब निवाज सारी संगत गज के बोलना जी सतनाम श्री वाहिगुरु जी। हाजी तीनर की पद पार करे नित संत्यो पार घनी मन गारे पश पशु नगना नरात बसर बस में सबको पत पारे। हे भोगत है जल में थल में पल में कर गए नहीं कर्म बिचारे दीन दयाल दयानंद दोखन देखता है पर देत न हारे। देश बाबर मोहे है शुभ कर्मण ते कभू ना डरू और सो जब जाए रणो निश्चय करे अपनी जीत करो। अर्थ को अपने ही मन को लाल जो मुड़ता इधरो जब आपकी ओर निधान बने अधीरन में तब जूझ मरूं बेनती मेरी है बेनती संगते गुरां दी कह दो वाहेगुरु वाहेगुरु।
पईया सरकारां ने हो सिख राज दियां धूमां पईयां कलवंत सिंगा ते कीता बर्बादी ओनू कौम दे गदारां ने एक औरत बाजार में तुरी जा रही है, उन्हें अपने सिर ते फुल्लां नाल भरी हुई एक टोकरी चुकी है। तुरे जांदियां रस्ते विच पए हुए पत्थर तो औरत नूं ठेडा वज्जा, औरत डिग पई। फुल्लां वाली टोकरी जिहड़ी सिर ते पई सी धरती ते डिग्गी ते टोकरी विचले फुੱਲ खिलर गए। औरत उठी, अपने कपड़ियां नूं झाड़िया, टोकरी सीधी कीती, जेड़े फुੱਲ धरती ते डिगे सन उन्हां नूं टोकरी अंदर फिर इकट्ठिया कीता, टोकरी सिर ते रखी ते अपनी मंजिल नूं तुर पई। कहंदे ने कि कुछ समय बाद उस रस्ते थाने कोई राहगीर गुजरिया, जिस जगह उत्ते औरत नूं ठेडा लगा सी, ठेडा लगन करके टोकरी सिर तो डिगी सी, जदों उत्थे पहुंचिया उन्होंने फुल्लां दी सुगंधी आई, महक आई। अंदाजा लाया शायद कोई फुल्लां दी फुलवाड़ी मेरे लागे बन्ने होवेगी, जिस कारण मैनू इत्थे फुल्लां दी सुगंधी प्राप्त हो रही है। सज्जे खब्बे वेखिया, अगे पिछे वेखिया, कोई फुल्लां दा बूटा भी उसनूं नजर ना आया। हैरान होया भी महक ते फुल्लां दी आ रही है, पर फुलवाड़ी कोई नहीं, फुल्लां दा बूटा कोई नहीं, आ किथों रही है। मायूस होके सिर झुकाया, धरती ते कुछ गुलाब दे फुल्लां नालों टुट के
ਉਹਦੀਆਂ ਕਰੁੰਬਲੀਆਂ, ਉਹਦੀਆਂ ਪੰਖੜੀਆਂ, ਫੁੱਲ ਜਿਹੜੇ ਸਨ ਧਰਤੀ ਤੇ ਖਿਲਰੇ ਹੋਏ ਸਨ। ਝੁਕਿਆ, ਮਹਿਕ ਜ਼ਿਆਦਾ ਆਈ। ਅੰਦਾਜ਼ਾ ਲਾਇਆ ਕਿ ਜ਼ਰੂਰ ਕੋਈ ਰਾਹਗੀਰ, ਕੋਈ ਮਾਲੀ, ਕੋਈ ਮਾਲਣ ਫੁੱਲ ਲੈ ਕੇ ਇਸ ਰਸਤੇ ਥਾਣੇ ਗੁਜ਼ਰਿਆ ਹੋਵੇਗਾ। ਉਹਦੇ ਕੋਲੋਂ ਕੁਝ ਫੁੱਲ ਇਸ ਧਰਤੀ ਤੇ ਡਿੱਗੇ ਨੇ, ਜਿਨ੍ਹਾਂ ਕਾਰਨ ਫੁੱਲਾਂ ਦੀ ਮਹਿਕ ਮੈਨੂੰ ਹੁਣ ਤੱਕ ਇਸ ਧਰਤੀ ਤੋਂ ਪ੍ਰਾਪਤ ਹੋ ਰਹੀ ਹੈ। ਇਹ ਅਸਥਾਨ ਹੈ ਸਤਿਕਾਰਯੋਗ ਭਗਤ ਭਾਈ ਪੱਲਾ ਜੀ ਦਾ, ਜਿਨ੍ਹਾਂ ਨੂੰ ਦਰਸ਼ਨ ਦਿੱਤੇ ਆ ਕੇ ਇਸ ਮੁਕੱਦਸ ਧਰਤੀ ਉੱਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਸ ਧਰਤੀ ਦੇ ਜਰਿਆਂ ਅੰਦਰ ਭਾਈ ਪੱਲਾ ਜੀ ਦੀ ਬਦੌਲਤ ਨਾਮ ਦੀ ਮਹਿਕ ਜਿਹੜੀ ਮੇਰੇ ਪਾਤਸ਼ਾਹ ਨੇ ਖੰਡਾਈ। ਭਾਵੇਂ ਸੱਚੇ ਪਾਤਸ਼ਾਹ ਤਨ ਕਰਕੇ ਚਲੇ ਗਏ, ਭਾਈ ਪੱਲਾ ਜੀ ਚਲੇ ਗਏ, ਪਰ ਜਿਹੜਾ ਨਾਮ ਦਾ ਛੜਕਾਓ ਉਹਨਾਂ ਨੇ ਇਸ ਨਗਰ ਅੰਦਰ, ਇਸ ਮੁਕੱਦਸ ਧਰਤੀ ਦੇ ਜਰਿਆਂ ਵਿੱਚ ਕੀਤਾ, ਉਹਦੀ ਮਹਿਕ, ਉਹਦੀ ਸੁਗੰਧੀ ਅੱਜ ਵੀ ਇਸ ਨਗਰ ਵਿੱਚੋਂ ਆ ਰਹੀ ਹੈ। ਕੋਈ ਰਾਹਗੀਰ ਇੰਦੀ ਲੰਘੇ, ਯਾਦ ਰੱਖੋ ਉਹ ਜਾਂਦਾ ਜਾਂਦਾ ਦਰਵਾਜ਼ਾ ਗੇਟ ਬਣਿਆ ਹੋਇਆ, ਉਸ ਗੇਟ ਤੇ ਜ਼ਿਕਰ ਹੋਇਆ ਇਸ ਮੁਕੱਦਸ ਪਾਵਨ ਅਸਥਾਨ ਦਾ। ਯਾਦ ਰੱਖੋ ਸਿਰ ਨਵਾ ਕੇ ਜਾਂਦਾ ਹੈ। ਇਹ ਨਗਰ ਉਹ ਹੈ, ਇਹ ਅਸਥਾਨ ਉਹ ਹੈ ਜਿੱਥੇ ਭਾਈ ਪੱਲਾ ਜੀ ਨੇ ਪਿਆਰ ਦੀਆਂ ਪਿੰਗਾਂ ਪਾ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਵੱਲ ਖਿੱਚਿਆ। ਅੱਜ ਵੀ ਮਹਿਕ ਆ ਰਹੀ ਹੈ ਤੇ ਆਪ ਉਸ ਸੁਗੰਧੀ ਨੂੰ ਮਾਣਨ ਵਾਸਤੇ, ਇਹਨਾਂ ਸਮਾਗਮਾਂ ਦੇ ਰੂਪ ਅੰਦਰ ਪ੍ਰਾਪਤ ਕਰਨ ਵਾਸਤੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ। ਧੰਤਾ ਦੇ ਜੋਗ ਵੱਡ ਭਾਗੇ ਹੋ ਸਰਬੱਤ ਮਾਈ ਭਾਈ, ਜਿਹੜੇ ਕੱਲ ਵੀ ਸਾਰਾ ਦਿਨ ਅੱਧੀ ਰਾਤ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਮਾਰ ਕੇ ਚੌਂਕੜੇ ਆਪਣੇ ਵੱਡ ਵਡੇਰਿਆਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਰਵਣ ਕਰਦੇ ਰਹੇ ਹੋ। ਅੱਜ ਵੀ ਸਾਰਾ ਦਿਨ ਹਾਜ਼ਰੀਆਂ ਭਰੀਆਂ ਨੇ। ਹੁਣ ਵੀ ਇਹਨਾਂ ਸਮਾਗਮਾਂ ਵਿੱਚ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬਿਰਾਜਮਾਨ ਹੋ। ਤੁਹਾਡੀ ਇਸ ਸ਼ਰਧਾ ਦੇ ਸਾਹਮਣੇ ਮੈਂ ਆਪਣਾ ਸੀਸ ਝੁਕਾਉਂਦਾ ਹਾਂ, ਵਧਾਈਆਂ ਦਿੰਦਾ ਹਾਂ ਇਹਨਾਂ ਸਮਾਗਮਾਂ ਦੀਆਂ। ਨਾਲ ਹੀ ਬੇਨਤੀ ਕਰਦਾ ਹਾਂ, ਆਓ ਆਪਣੀ ਰਸਨਾ ਉੱਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਲੈ ਕੇ ਆਈਏ। ਹੱਥ ਜੋੜ ਕੇ ਚੌਂਕੜੇ ਮਾਰ ਕੇ ਚੜ੍ਹਦੀ ਕਲਾ ਨਾਲ ਗੱਜ ਕੇ ਕਹਿ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਸਤਿਕਾਰ ਅੰਦਰ ਬੇਅੰਤ ਗੁਰੂ ਕੀ ਸੰਗਤ ਵੱਲੋਂ ਸਨਮਾਨ ਹਾਜ਼ਰ ਕੀਤਾ ਜਾ ਰਿਹਾ ਹੈ। ਮੇਰੇ ਤੋਂ ਪਹਿਲਾਂ ਮੇਰੀ ਕੌਮ ਦਾ ਮਹਾਨ ਕਵੀਸ਼ਰ ਜਥਾ ਗਿਆਨੀ ਮੱਖਣ ਸਿੰਘ ਜੀ ਦਸ਼ਮੇਸ਼ ਨਗਰੀਆ, ਮੈਂ ਪਹਿਲਾ ਦਿਨ ਦੇ ਦੀਵਾਨ ਅੰਦਰ ਵੀ ਜ਼ਿਕਰ ਕੀਤਾ ਸੀ, ਕਵੀਸ਼ਰ ਬੜੇ ਨੇ, ਲੇਕਿਨ ਜਿਹੜੇ ਸਾਥੀ ਉਹਨਾਂ ਦੇ ਮਗਰ ਗਾ ਰਹੇ ਸਨ ਆਪਣੀ ਮਿਸਾਲ ਆਪ ਸਨ। ਵੀਰ ਗੁਰਮੇਲ ਸਿੰਘ ਮਰਾਣਾ ਤੇ ਜੋੜੀ ਅੰਦਰ ਬਾ ਕਮਾਲ ਪੇਸ਼ਕਾਰੀ ਕਰ ਰਹੇ ਸਨ ਵੀਰ ਭੁਪਿੰਦਰ ਸਿੰਘ ਤੇ ਜੋਗਿੰਦਰ ਸਿੰਘ, ਸਨਮਾਨ ਹਾਜ਼ਰ ਕਰਕੇ ਗਏ ਨੇ। ਸਤਿਗੁਰੂ ਸਿਹਤ ਜਾਬੀ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਣ। ਸਤਿਕਾਰਯੋਗ ਸੇਠ ਬਲਵਿੰਦਰ ਸਿੰਘ ਜੀ, ਉਹਨਾਂ ਵੱਲੋਂ ਆਪਣੇ ਸੁਪੁੱਤਰ ਸਵਰਗਵਾਸੀ ਅਵਤਾਰ ਸਿੰਘ ਦੇ ਨਾਮ ਤੋਂ 500 ਦਮੜਾ ਭੇਜਿਆ ਗਿਆ ਹੈ। ਸੱਚੇ ਪਾਤਸ਼ਾਹ ਉਹਨਾਂ ਨੂੰ, ਅਵਤਾਰ ਸਿੰਘ ਨੂੰ ਆਪਣੇ ਚਰਨਾਂ ਅੰਦਰ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੇਰੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਗੁਰੂ ਕੀ ਸਿੱਖ ਸੰਗਤ ਵੱਲੋਂ ਸਤਿਕਾਰ ਕੀਤਾ ਜਾ ਰਿਹਾ ਹੈ। ਪਾਤਸ਼ਾਹ ਸਰਬੱਤ ਦੀਆਂ ਮਨੋਕਾਮਨਾਵਾਂ, ਸ਼ੁਭ ਭਾਵਨਾਵਾਂ ਸੰਪੂਰਨ ਕਰਨ। ਮੰਗਣਾ ਰੱਬ ਕੋਲੋਂ, ਮੰਗੀਏ ਪ੍ਰਮਾਤਮਾ ਦਾ ਨਾਮ। ਦੁਨਿਆਵੀ ਦਾਤਾ ਉਹਨੇ ਸਾਡੇ ਲੇਖਾਂ ਵਿੱਚ ਲਿਖ ਦਿੱਤੀਆਂ ਨੇ। ਜਦੋਂ ਬੰਦਾ ਧਰਤੀ ਤੇ ਆਉਂਦਾ ਹੈ, ਉਹਦੇ ਆਉਣ ਤੋਂ ਪਹਿਲਾਂ ਸਾਡੀ ਖੁਰਾਕ ਦਾ ਪ੍ਰਬੰਧ ਪ੍ਰਮਾਤਮਾ ਕਰਦਾ ਹੈ, ਜਨਮ ਬਾਅਦ ਵਿੱਚ ਮਿਲਦਾ ਹੈ। ਦੁਨਿਆਵੀ ਚੀਜ਼ਾਂ ਮੰਗਣ ਦੀ ਲੋੜ ਨਹੀਂ, ਸਾਡੇ ਲੇਖਾਂ ਵਿੱਚ ਨੇ, ਸਮੇਂ-ਸਮੇਂ ਤੇ ਸਾਨੂੰ ਪ੍ਰਾਪਤ ਹੋ ਜਾਣੀਆਂ ਨੇ। ਜੋ ਦੀਨੋ ਸੋ ਇੱਕ ਹੈ ਬਾਰ, ਉਹਨੇ ਦੇ ਦਿੱਤਾ ਹੈ, ਲਿਖ ਦਿੱਤਾ ਹੈ। ਸਮੇਂ-ਸਮੇਂ ਨਾਲ ਦੁੱਖ ਮਿਲਣਾ ਹੈ, ਸੁੱਖ ਮਿਲਣਾ ਹੈ, ਉਹ ਸਾਨੂੰ ਪ੍ਰਾਪਤ ਹੋ ਜਾਣਾ ਹੈ। ਮੰਗਣਾ ਕੀ ਹੈ? ਪਾਤਸ਼ਾਹ ਕਹਿੰਦੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪ੍ਰਮਾਤਮਾ ਦਾ ਨਾਮ ਸਾਨੂੰ ਪ੍ਰਾਪਤ ਹੋਵੇ, ਸਾਨੂੰ ਸਬਰ ਸੰਤੋਖ ਦੀ ਦਾਤ ਮਿਲੇ, ਸਾਡੀਆਂ ਭੁੱਖਾਂ ਖਤਮ ਹੋ ਜਾਣਗੀਆਂ। ਜਿਹੜਾ ਉਹਦੇ ਨਾਲ ਮਿੱਤਰਤਾ ਪਾ ਕੇ ਰੱਖਦਾ ਹੈ। ਅਸੀਂ ਚਿੰਤਾ ਝੋਰੇ ਕਰਦੇ ਹਾਂ, ਪਰ ਮੈਂ ਅਕਸਰ ਹੀ ਕਹਿ ਦਿੰਦਾ ਹੁੰਦਾ ਹੈ, ਮਾਂ ਬਾਪ ਦੇ ਹੁੰਦਿਆਂ ਔਲਾਦ ਕਦੇ ਆਪਣੇ ਖਰਚੇ ਦੀ ਚਿੰਤਾ ਨਹੀਂ ਕਰਦੀ। ਬੱਚਾ ਸਕੂਲੇ ਦਾਖਲਾ ਲੈਂਦਾ ਹੈ, ਬੱਚੇ ਨੂੰ ਥੋੜੀ ਚਿੰਤਾ ਹੈ ਕਿ ਮੇਰਾ ਦਾਖਲਾ ਕਿੱਥੋਂ ਆਉਣਾ ਹੈ, ਮੇਰੀ ਵਰਦੀ, ਮੇਰੀਆਂ ਰੋਜ਼ਮर्रा ਦੀਆਂ ਜ਼ਰੂਰਤਾਂ ਦੀ ਪੂਰਤੀ ਕਿੱਥੋਂ ਹੋਣੀ ਹੈ। ਬੱਚਾ ਜਾਣਦਾ ਹੈ ਕਿ ਮੇਰੇ ਬਾਪ ਨੇ, ਮੇਰੇ ਪਿਤਾ ਨੇ ਮੇਰੀਆਂ ਉਹ ਚੀਜ਼ਾਂ ਦੀ ਪੂਰਤੀ ਕਰਨੀ ਹੈ, ਉਹ ਚਿੰਤਾ ਮੁਕਤ ਹੁੰਦਾ ਹੈ। ਪ੍ਰਮਾਤਮਾ ਸਾਡਾ ਪਿਤਾ ਹੈ,
ਅਸੀਂ ਪ੍ਰਮਾਤਮਾ ਦੇ ਬੱਚੇ ਹਾਂ। ਵੱਖਰੀ ਗੱਲ ਹੈ ਅਸੀਂ ਫਿਰ ਵੀ ਯਤਨ ਕਰਦੇ ਹਾਂ, ਪਰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਉਹ ਪ੍ਰਮਾਤਮਾ ਚਿੰਤਾ ਕਰੇ ਜਿਨੇ ਸੰਸਾਰ ਦੀ ਰਚਨਾ ਕੀਤੀ ਹੋਈ ਹੈ। ਆਪਾਂ ਚਿੰਤਾ ਮੁਕਤ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ, ਉਹਦੇ ਨਾਮ ਦੀ ਆਰਾਧਨਾ ਕਰੀਏ, ਮਾਨਵਤਾ ਦੀ ਸੇਵਾ ਕਰੀਏ। ਸੱਚੇ ਪਾਤਸ਼ਾਹ ਨੇ ਆਪ ਹੀ ਸਾਡੇ ਕਾਰਜ ਰਾਸ ਕਰਨੇ ਨੇ। ਇੱਕ ਵਾਰ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਵਣ ਕੀਤਾ ਆਪ ਜੀਆਂ ਨੇ। ਬਾਪੂ ਸੀਤਲ ਜੀ ਕਹਿੰਦੇ ਨੇ ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਣ ਵਾਲੇ। ਸਾਡੇ ਸਿਰਾਂ ਤੇ ਕਲਗੀਆਂ ਸੋਹੰਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ। ਸਾਡੇ ਖਾਲਸਾ ਹੀ ਕੌਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ। ਬਿਨਾਂ ਪੁੱਛਿਆਂ ਇੱਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਣ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ। ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ। ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਮੇਰੇ ਤੋਂ ਪਹਿਲਾਂ ਆਪ ਜੀਆਂ ਨੇ ਸਰਵਣ ਕੀਤਾ ਹੈ ਸੰਸਾਰ ਦਾ ਮਹਾਨ ਪ੍ਰਬੰਧਕ। ਸਰਵੇ ਹੋਇਆ ਹੈ ਨਾ, ਸੰਸਾਰ ਦਾ ਮਹਾਨ ਲੀਡਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਹਦੀ ਮੌਤ, ਉਹਦੇ ਚਲਾਣੇ ਦੀ ਗਾਥਾ ਸਰਵਣ ਕੀਤੀ ਆਪ ਜੀਆਂ ਨੇ। ਇਹ ਘਰਾਣਾ ਕਿੱਥੋਂ ਤੁਰਿਆ ਹੈ, ਇਹਦੇ ਵੱਡ ਵਡੇਰੇ ਕੌਣ ਸਨ? ਰਾਜੇ ਸਲਵਾਨ ਦਾ ਨਾਮ ਆਪ ਜੀਆਂ ਨੇ ਸੁਣਿਆ ਹੋਵੇਗਾ। ਰਾਜੇ ਸਲਵਾਨ ਦੀ ਵੰਸ਼ ਵਿੱਚ ਹੋਇਆ ਰਾਜਾ ਸੁਹਾਂਦਾ। ਰਣ ਖੇਤਰ ਅੰਦਰ ਲੜ ਰਿਹਾ, ਹਾਰ ਹੋਈ, ਭਗੌੜਾ ਹੋਇਆ। ਆਪਣੀ ਪਤਨੀ ਤੇ ਕੁਝ ਨੌਕਰਾਂ ਨੂੰ ਲੈ ਕੇ ਨਾਲ ਰਾਜਾ ਭੱਜ ਗਿਆ। ਇਹਦੀ ਘਰਵਾਲੀ ਗਰਭਵਤੀ ਹੈ। ਕਹਿੰਦੇ ਨੇ ਕਿ ਇਹਨੂੰ ਜਨਨ ਪੀੜਾ ਸ਼ੁਰੂ ਹੋਈ। ਸਾਂਸੀਆਂ ਦੇ ਮਹੱਲੇ ਵਿੱਚ ਪਹੁੰਚੇ, ਤਕਲੀਫ ਵੱਧ ਗਈ। ਰਾਜੇ ਸੁਹਾਂਦੇ ਦੀ ਘਰਵਾਲੀ ਨੇ ਇੱਥੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਸਾਂਸੀਆਂ ਦੇ ਮਹੱਲੇ ਅੰਦਰ ਬੱਚੇ ਦਾ ਜਨਮ ਹੋਇਆ। ਉਹਦਾ ਨਾਮ ਰੱਖਿਆ ਗਿਆ ਰਾਜਾ ਸਹਿੰਸਰਾ ਭੱਟ। ਲੋਕਾਂ ਨੇ ਉਹਨੂੰ ਰਾਜਾ ਸਾਂਸੀ ਵੀ ਆਖਿਆ। ਰਾਜੇ ਸਹਿੰਸਰਾ ਭੱਟ ਦੇ ਘਰੇ ਪੁੱਤ ਪੈਦਾ ਹੋਇਆ ਰਾਜਾ ਕ੍ਰਿਤੂ। ਲੋਕ ਇਹਨੂੰ ਵੀ ਰਾਜਾ ਸਾਂਸੀ ਕਹਿੰਦੇ ਨੇ। ਗੁਰੂ ਕੇ ਬਾਗ ਲਾਗੇ ਇੱਕ ਪਿੰਡ ਹੈ ਜਿਹਦਾ ਨਾਮ ਹੈ ਸਹਿੰਸਰਾ। ਇਹ ਸਹਿੰਸਰਾ ਪਿੰਡ ਰਾਜੇ ਕ੍ਰਿਤੂ ਨੇ ਆਪਣੇ ਪਿਤਾ ਰਾਜਾ ਸਹਿੰਸਰਾ ਭੱਟ ਦੇ ਨਾਂ ਤੇ ਵਸਾਇਆ। ਲੋਕ ਰਾਜੇ ਕ੍ਰਿਤੂ ਨੂੰ ਰਾਜਾ ਸਾਂਸੀ ਕਹਿੰਦੇ ਨੇ। ਰਾਜੇ ਕ੍ਰਿਤੂ ਨੇ ਆਪਣੇ ਨਾਂ ਤੇ ਨਗਰ ਵਸਾਇਆ ਅੰਮ੍ਰਿਤਸਰ ਦੇ ਨਜ਼ਦੀਕ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਤੇ ਅੰਤਰਰਾਸ਼ਟਰੀ 에ਅਰਪੋਰਟ ਬਣਿਆ ਹੋਇਆ। ਉਹ ਰਾਜਾ ਸਾਂਸੀ ਕਸਬਾ ਜਿਹੜਾ ਹੈ ਉਹ ਰਾਜੇ ਕ੍ਰਿਤੂ ਨੇ ਵਸਾਇਆ ਹੈ। ਰਾਜੇ ਕ੍ਰਿਤੂ ਦਾ ਪੁੱਤਰ ਹੈ ਭਾਗਮਲ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਸਿੱਖ ਹੋਇਆ। ਭਾਗਮਲ ਦਾ ਪੁੱਤਰ ਹੈ ਬਿਗਾਮਲ। ਬਿਗਾਮਲ ਦਾ ਪੁੱਤਰ ਹੈ ਬੁੱਢਾਮਲ। 1699 ਕੇਸਗੜ੍ਹ ਦੀ ਪਾਵਨ ਪਵਿੱਤਰ ਧਰਤੀ ਉੱਤੇ ਖਾਲਸਾ ਪੰਥ ਸਿਰਜਿਆ ਗਿਆ। ਬੁੱਢਾਮਲ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹਦਾ ਨਾਂ ਰੱਖਿਆ ਗਿਆ ਸਰਦਾਰ ਬੁੱਧ ਸਿੰਘ। ਜ਼ਿਕਰ ਕਰਕੇ ਗਿਆ ਹਾਂ ਮੈਂ ਸਵੇਰ ਦੇ ਦੀਵਾਨ ਅੰਦਰ ਦੇਸਾਂ ਘੋੜੀ ਦਾ। ਦੇਸਾਂ ਬੁੱਧ ਸਿੰਘ, ਇਹ ਬੁੱਧ ਸਿੰਘ ਉਹ ਹੈ ਜਿਹਦੇ ਕੋਲੇ ਘੋੜੀ ਦੇਸਾਂ ਸੀ। ਸਰਦਾਰ ਬੁੱਧ ਸਿੰਘ ਦੇ ਦੋ ਪੁੱਤ ਨੇ, ਸਰਦਾਰ ਚੰਦਾ ਸਿੰਘ, ਸਰਦਾਰ ਨੌਧ ਸਿੰਘ। ਸਰਦਾਰ ਚੰਦਾ ਸਿੰਘ ਤੋਂ ਸਿੰਧਾ ਵਾਲੀਏ ਸਰਦਾਰਾਂ ਦਾ ਘਰਾਣਾ ਤੁਰਦਾ ਹੈ। ਸਰਦਾਰ ਨੌਧ ਸਿੰਘ ਦਾ ਪੁੱਤ ਹੈ ਸਰਦਾਰ ਚੜਤ ਸਿੰਘ, ਸ਼ੁਕਰ ਚੱਕੀਆ ਮਿਸਲ ਦਾ ਜਥੇਦਾਰ। ਸਰਦਾਰ ਚੜਤ ਸਿੰਘ ਦਾ ਪੁੱਤ ਹੈ ਸਰਦਾਰ ਮਹਾ ਸਿੰਘ। ਸਰਦਾਰ ਮਹਾ ਸਿੰਘ ਦੇ ਘਰੇ ਉਹ ਪੁੱਤ ਪੈਦਾ ਹੋਇਆ। ਯਾਦ ਰੱਖੋ, ਜਿਹਦੀ ਵਿਸ਼ਾਲਤਾ ਦੇ ਸਾਹਮਣੇ ਅਟਕ ਵਰਗੇ ਦਰਿਆਵਾਂ ਨੇ ਰਾਹ ਛੱਡਿਆ, ਜਿਹਦੇ ਘੋੜਿਆਂ ਦੇ ਟਾਪਾਂ ਦੀ ਆਵਾਜ਼ ਅੱਜ ਵੀ ਦਰਾ ਖੈਬਰ ਨੂੰ ਕੰਬਣੀਆਂ ਛੇੜਦੀ ਹੈ, ਜਿਹਦੀ ਚੜ੍ਹਤ ਦੇ ਸਾਹਮਣੇ ਚੀਨ ਦੀ ਦੀਵਾਰ ਆਪਣੇ ਆਪ ਨੂੰ ਸਜਦਾ ਕਰਦੀ ਮਹਿਸੂਸ ਕਰਦੀ ਹੈ, ਉਹ ਪੁੱਤ ਪੰਜਾਬ ਦਾ ਮਹਾਰਾਜਾ ਹਰਦਿਲ ਅਜ਼ੀਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਦੀ ਤਲਵਾਰ ਮਿਆਨ ਤੋਂ ਬਾਹਰ ਆਵੇ ਤੇ ਵੱਡੇ ਵੱਡੇ ਫੱਲੇ ਖਾ ਜਰਨੈਲਾਂ ਦੇ ਸਾਹ ਸੁੱਕ ਜਾਂਦੇ ਨੇ, ਉਹ ਪੁੱਤ ਸਰਦਾਰ ਮਹਾ ਸਿੰਘ ਦੇ ਘਰੇ ਪੈਦਾ ਹੋਇਆ। ਯਾਦ ਰੱਖੋ, ਉਹਦੇ ਚਲਾਣੇ ਦੀ ਗਾਥਾ ਆਪ ਜੀਆਂ ਨੇ ਸਰਵਣ ਕੀਤੀ ਹੈ। ਉਹਦੇ ਤੋਂ ਬਾਅਦ ਰਾਜ ਗੱਦੀ ਤੇ ਬੈਠਾ ਉਹਦਾ ਜੇਠਾ ਪੁੱਤ ਖੜਕ ਸਿੰਘ ਡੋਗਰਾ ਗਰਦੀ ਦਾ ਸ਼ਿਕਾਰ ਹੋਇਆ। ਗੱਦੀ ਤੋਂ ਲਾ ਕੇ ਜੇਲ੍ਹ ਖਾਨੇ ਅੰਦਰ ਸੁੱਟਿਆ ਗਿਆ ਤੇ ਉਹਦਾ ਪੁੱਤ ਕਵਰ ਨੌ ਨਿਹਾਲ ਸਿੰਘ ਰਾਜ ਗੱਦੀ ਤੇ ਬਿਠਾ ਦਿੱਤਾ ਗਿਆ। ਮੈਂ ਪ੍ਰਿੰਸੀਪਲ ਦਲਬੀਰ ਸਿੰਘ ਹੁਣਾਂ ਦੇ ਨਾਲ ਜ਼ਿਕਰ ਕਰ ਰਿਹਾ ਸਾਂ, ਜਿਵੇਂ ਕਹਿੰਦੇ ਆ ਰਾਣਾ ਸੰਗਰਾਮ ਸਿੰਘ
ਅਤੇ ਮਹਾਰਾਣਾ ਪ੍ਰਤਾਪ ਦੇ ਅੰਦਰ ਰਾਜਾ ਉਦੈ ਸਿੰਘ ਨਾ ਹੁੰਦਾ ਤੇ ਯਾਦ ਰੱਖੋ ਚਤੌੜ ਦਾ ਕਿਲਾ ਕਦੇ ਜਿੱਤਿਆ ਨਾ ਜਾਂਦਾ। ਮਹਾਰਾਜਾ ਰਣਜੀਤ ਸਿੰਘ ਕਵਰ ਨੌ ਨਿਹਾਲ ਸਿੰਘ ਅੰਦਰ ਜੇ ਟਿੱਕਾ ਖੜਕ ਸਿੰਘ ਨਾ ਹੁੰਦਾ ਤੇ ਪੰਜਾਬ ਦਾ ਰਾਜ ਭਾਗ ਬਰਬਾਦ ਨਾ ਹੁੰਦਾ, ਅੱਜ ਦੀ ਤਸਵੀਰ ਕੁਝ ਹੋਰ ਹੋਣੀ ਸੀ। 16 ਸਾਲਾਂ ਦੀ ਉਮਰ ਅੰਦਰ ਕਵਰ ਨੌ ਨਿਹਾਲ ਸਿੰਘ ਪਸ਼ਾਵਰ ਦਾ ਗਵਰਨਰ ਬਣਿਆ ਜਦੋਂ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ। ਕਵਰ ਨੌ ਨਿਹਾਲ ਸਿੰਘ ਯਾਦ ਰੱਖੋ ਜਦੋਂ ਪਿਤਾ ਦੀ ਚਿਖਾ ਨੂੰ ਲਾਂਬੂ ਲਾ ਕੇ ਵਾਪਸ ਆ ਰਿਹਾ ਹੈ, ਧਿਆਨ ਸਿੰਘ ਦੇ ਵਿਛਾਏ ਜਾਲ ਅੰਦਰ ਫਸਿਆ, ਬਰੂਦ ਭਰਿਆ ਡਿਉੜੀ ਅੰਦਰ ਛੱਪਾ ਸੁੱਟਿਆ। ਕਹਿੰਦੇ ਨੇ ਕਿ ਇੱਥੇ ਹੀਰਾ ਸਿੰਘ ਡੋਗਰੇ ਦਾ ਭਰਾ, ਚਾਚੇ ਦਾ ਪੁੱਤ ਧਿਆਨ ਸਿੰਘ ਡੋਗਰੇ ਦੇ ਭਰਾ ਦਾ ਪੁੱਤ ਊਧਮ ਸਿੰਘ ਮਰ ਗਿਆ ਛੱਪਾ ਡਿੱਗਣ ਕਰਕੇ। ਕਵਰ ਨੌ ਨਿਹਾਲ ਸਿੰਘ ਮਾਮੂਲੀ ਜਿਹਾ ਫੱਟੜ ਹੋਇਆ, ਪਾਲਕੀ ਅੰਦਰ ਪਾ ਕੇ ਮਹੱਲ ਦੇ ਅੰਦਰ ਖੜਿਆ। ਇਹਨਾਂ ਡੋਗਰਿਆਂ ਨੇ ਪੱਥਰ ਮਾਰ ਮਾਰ ਕੇ ਪੁੱਤ ਮਾਰ ਦਿੱਤਾ, ਪੰਜਾਬ ਦਾ ਮਹਾਰਾਜਾ ਮਾਰ ਦਿੱਤਾ। ਮਹਾਰਾਣੀ ਚੰਦ ਕੌਰ ਬੀਬੀ ਨਾਨਕੀ ਕਵਰ ਨੌ ਨਿਹਾਲ ਸਿੰਘ ਦੀ ਪਤਨੀ, ਇਹਨਾਂ ਨੇ ਆਪਣੀਆਂ ਕੋਮਲ ਕਲਾਈਆਂ ਨੂੰ ਕਹਿੰਦੇ ਨੇ ਕਿ ਬੰਦ ਕਮਰੇ ਦੇ ਦਰਵਾਜ਼ੇ ਦੇ ਨਾਲ ਮਾਰ ਮਾਰ ਕੇ ਲਹੂ ਲੁਹਾਨ ਕੀਤਾ। ਤਾਹਾਂ ਮਾਰ ਕੇ ਆਖਿਆ ਮਹਾਰਾਣੀ ਚੰਦ ਕੌਰ ਨੇ, ਮੇਰੇ ਡਿੱਗਦੇ ਲਾਲ ਨੇ ਪਾਣੀ ਮੰਗਿਆ ਸੀ, ਜ਼ਾਲਮੋ ਮੈਨੂੰ ਪਾਣੀ ਦਾ ਘੁੱਟ ਪਿਆ ਦਿਓ, ਪਿਆ ਲੈਣ ਦਿਓ। ਨਹੀਂ ਸੁਣੀ, ਮਾਰ ਦਿੱਤਾ ਗਿਆ। ਮਹਾਰਾਣੀ ਚੰਦ ਕੌਰ ਤਖਤ ਤੇ ਬੈਠੀ ਮਾਰ ਦਿੱਤੀ ਗਈ। ਮਹਾਰਾਜਾ ਸ਼ੇਰ ਸਿੰਘ ਮਾਰ ਦਿੱਤਾ ਗਿਆ, ਇਹਦਾ ਪੁੱਤ ਪ੍ਰਤਾਪ ਸਿੰਘ ਮਾਰ ਦਿੱਤਾ ਗਿਆ। ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਸ਼ਹੀਦ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਕਤਲ ਕਰ ਦਿੱਤੇ ਗਏ। ਹੁਣ ਪੰਜਾਬ ਦਾ ਮਹਾਰਾਜਾ ਬਣਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤ, ਪੰਜਾਬ ਦੀ ਰਾਜ ਮਾਤਾ ਸ਼ੇਰੇ ਪੰਜਾਬ ਦੀ ਮਹਿਬੂਬਾ ਮਹਾਰਾਣੀ ਜਿੰਦ ਕੌਰ ਦਾ ਅੱਖੀਆਂ ਦਾ ਤਾਰਾ 5 ਸਾਲ ਦੀ ਉਮਰ ਅੰਦਰ ਯਾਦ ਰੱਖੋ ਧਿਆਨ ਸਿੰਘ ਡੋਗਰੇ ਦੇ ਲਹੂ ਦਾ ਟਿੱਕਾ ਲਾ ਕੇ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ। 2 ਬਾਹਮਣ ਮੈਦਾਨ ਵਿੱਚ ਆਏ, ਤੇਜ ਸਿੰਘ ਤੇ ਲਾਲ ਸਿੰਘ। ਇੱਕ ਪੰਜਾਬ ਦਾ ਸੈਨਾਪਤੀ ਬਣਿਆ, ਇੱਕ ਪੰਜਾਬ ਦਾ ਵਜ਼ੀਰ ਬਣਿਆ। ਅੰਗਰੇਜ਼ਾਂ ਦੇ ਨਾਲ ਜੰਗ ਛਿੜ ਗਈ। ਫੇਰੂ ਮੁਦਕੀ ਦੇ ਮੈਦਾਨਾਂ ਅੰਦਰ, ਅਲੀਵਾਲ ਦੇ ਮੈਦਾਨਾਂ ਅੰਦਰ ਖਾਲਸਾ ਬਹਾਦਰੀ ਦੇ ਨਾਲ ਲੜਿਆ। ਬੇਈਮਾਨ ਆਗੂਆਂ ਦੀ ਯਾਦ ਰੱਖੋ ਨਲਾਇਕੀ ਕਰਕੇ ਜਿਹੜੇ ਆਗੂ ਵਿਕ ਚੁੱਕੇ ਨੇ, ਇਹਨਾਂ ਦੀ ਬੇਈਮਾਨੀ ਕਰਕੇ ਇਹਨਾਂ ਮੈਦਾਨਾਂ ਵਿੱਚ ਖਾਲਸਾ ਫੌਜ ਦੀ ਹਾਰ ਹੋਈ। ਸਰਦਾਰ ਵਰਿਆਮ ਸਿੰਘ ਕੁਝ ਘੋੜ ਸਵਾਰਾਂ ਦੇ ਨਾਲ ਫੇਰੂ ਤੇ ਮੁਦਕੀ ਦੇ ਮੈਦਾਨਾਂ ਦਾ ਹਾਲ ਦੱਸਣ ਵਾਸਤੇ ਲਾਹੌਰ ਦੀ ਧਰਤੀ ਤੇ ਆਇਆ। ਸਾਹਮਣ ਬੁਰਜ ਅੰਦਰ ਜਾ ਵੜਿਆ, ਸਾਹਮਣੇ ਖਲੋਤੀ ਹੋਈ ਹੈ ਸ਼ੇਰੇ ਪੰਜਾਬ ਦੀ ਮਹਿਬੂਬਾ, ਪੰਜਾਬ ਦੀ ਰਾਜ ਮਾਤਾ ਮਹਾਰਾਣੀ ਜਿੰਦ ਕੌਰ। ਆ ਕੇ ਫਤਿਹ ਬੁਲਾ ਕੇ ਸਰਦਾਰ ਵਰਿਆਮ ਸਿੰਘ ਨੇ ਆਖਿਆ, ਰਾਜ ਮਾਤਾ ਮੈਂ ਫੇਰੀ ਤੇ ਮੁਦਕੀ ਦੇ ਮੈਦਾਨਾਂ ਵਿੱਚੋਂ ਆਇਆ ਹਾਂ। ਮਹਾਰਾਣੀ ਜਿੰਦ ਕੌਰ ਨੇ ਬੜੀ ਉਤਸੁਕਤਾ ਦੇ ਨਾਲ ਆਖਿਆ, ਕੀ ਖਬਰ ਲੈ ਕੇ ਆਇਆ ਹੈ? ਖਾਲਸਾ ਫੌਜ ਜਿੱਤ ਗਈ ਹੈ? ਆਏ ਹੋਏ ਸਵਾਰ ਨੇ ਆਖਿਆ, ਰਾਜ ਮਾਤਾ ਤੂੰ ਆਪਣੇ ਕੰਨਾਂ ਦੇ ਨਾਲ ਸੁਣਦੀ ਆਈ ਹੈ ਕਿ ਖਾਲਸੇ ਨੇ ਫਲਾਣੇ ਇਲਾਕੇ ਉੱਤੇ ਕੇਸਰੀ ਝੰਡਾ ਝੁਲਾਇਆ, ਫਲਾਣਾ ਇਲਾਕਾ ਜਿੱਤ ਕੇ ਪੰਜਾਬ ਅੰਦਰ ਮਿਲਾ ਦਿੱਤਾ ਹੈ, ਲੇਕਿਨ ਮੈਂ ਕੋਈ ਜਿੱਤ ਦਾ ਸੁਨੇਹਾ ਲੈ ਕੇ ਨਹੀਂ ਆਇਆ, ਮੈਂ ਇੱਕ ਦੁਖਦਾਈ ਖਬਰ ਲੈ ਕੇ ਆਇਆ ਹਾਂ। ਮਹਾਰਾਜੀ ਦੇ ਸੀਨੇ ਵਿਚਲਾ ਦਿਲ ਜ਼ੋਰਾਂ ਦੇ ਨਾਲ ਧੜਕਿਆ। ਮਹਾਰਾਣੀ ਨੇ ਆਖਿਆ, ਕੀ ਖਬਰ ਲੈ ਕੇ ਆਏ? ਇਹਨੇ ਆਖਿਆ, ਰਾਜ ਮਾਤਾ ਤੂੰ ਆਪਣੇ ਕੰਨਾਂ ਦੇ ਨਾਲ ਜਿੱਤ ਦੇ ਪੈਗਾਮ ਸੁਣੇ ਨੇ, ਅੱਜ ਜਿੱਤ ਦਾ ਨਹੀਂ ਦਰਦਾਂ ਦੀ ਦਾਸਤਾਨ ਤੈਨੂੰ ਕਹਿਣ ਵਾਸਤੇ ਆਇਆ ਹਾਂ। ਸਿੱਖ ਸਿਪਾਹੀ ਬਹਾਦਰਾਂ ਦੇ ਵਾਂਗ ਲੜੇ, ਪਰ ਬੇਈਮਾਨ ਤੇ ਗਦਾਰ ਆਗੂਆਂ ਦੀ ਵਜ੍ਹਾ ਕਰਕੇ ਫੇਰੂ ਤੇ ਮੁਦਕੀ ਦੇ ਮੈਦਾਨਾਂ ਵਿੱਚ ਖਾਲਸਾ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲੰਮਾ ਹੌਕਾ ਲਿਆ, 2 ਕਦਮ ਪਿਛਾਂਹ ਪਰਤੀ, ਸਾਹਮਣ ਬੁਰਜ ਅੰਦਰ ਖਲੋ ਕੇ ਮਹਾਰਾਣੀ ਜਿੰਦ ਕੌਰ ਨੇ ਬਾਰੀ ਅੰਦਰੋਂ ਪਾ ਕੇ ਸਰਦਲਾਂ ਨੂੰ ਹੱਥ ਸਾਹਮਣੇ ਬਣੀ ਹੋਈ ਸ਼ੇਰੇ ਪੰਜਾਬ ਦੀ ਮੜੀ ਨੂੰ ਤੱਕਿਆ, ਅੱਖਾਂ ਵਿੱਚ ਜਲ ਆਇਆ। ਲੰਮਾ ਹੌਕਾ ਲੈ ਕੇ ਆਖਿਆ, ਸਿਰ ਦੇ ਸਾਈਆਂ ਆ ਤੱਕ ਲੈ, ਤੇਰੇ ਤੁਰ ਜਾਣ ਤੋਂ ਬਾਅਦ ਅੱਜ ਤੇਰੀ ਮਹਿਬੂਬਾ ਨੂੰ ਕਿੱਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਜਿਨ੍ਹਾਂ ਲੋਕਾਂ ਉੱਤੇ ਤੂੰ ਭਰੋਸਾ ਕੀਤਾ, ਅੱਜ ਵੇਖ ਕਿਵੇਂ ਪੰਜਾਬ ਬਰਬਾਦ ਕਰਨ ਉੱਤੇ ਤੁਲੇ ਹੋਏ। ਕੀ ਕੀਤਾ ਜਾਵੇ? ਹੁਣ ਕਿਹੜਾ ਹੈ ਜਿਹੜਾ ਪੰਜਾਬ ਦੀ ਡੁੱਬਦੀ ਬੇੜੇ ਨੂੰ ਬੰਨੇ ਲਾਵੇ? ਮਹਾਰਾਣੀ ਜਿੰਦ ਕੌਰ ਨੇ ਸਾਹਮਣ ਬੁਰਜ ਅੰਦਰ ਖਲੋ ਕੇ ਆਪਣੀ ਸੁਰਤ ਦੀ ਲੰਮੀ ਉਡਾਨ ਭਰੀ ਹੈ। ਇਹਦੀ ਸੁਰਤ ਉੱਡਦੀ ਉੱਡਦੀ ਪਹੁੰਚੀ ਹੈ। ਆਓ ਬਾਘਾ ਬਾਰਡਰ ਉੱਤੇ ਅੱਜ ਬਣੇ ਪਿੰਡ ਅਟਾਰੀ ਦੀ, ਉਸ ਅਟਾਰੀ ਦੇ ਨਾਲ ਜਿਸ ਅਟਾਰੀ ਅੰਦਰ ਰਹਿੰਦਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ,
ਰਿਸ਼ਤੇਦਾਰੀ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਕੁੜਮ ਲੱਗਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਕੰਵਰ ਨਾਉ ਨਿਹਾਲ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸੁਪੁੱਤਰੀ ਬੀਬੀ ਨਾਨਕੀ ਦੇ ਨਾਲ ਵਿਆਹਿਆ ਹੋਇਆ। ਮਹਾਰਾਣੀ ਜਿੰਦ ਕੌਰ ਨੇ ਆਖਿਆ ਜੇ ਕੋਈ ਹੈ ਪੰਜਾਬ ਦਾ ਵਫਾਦਾਰ ਉਹ ਹੈ ਸਰਦਾਰ ਸ਼ਾਮ ਸਿੰਘ ਅਟਾਰੀ। ਤੱਕੀਏ ਜਰਾ ਕਾਗਜ਼ ਕਲਮ ਦਵਾਤ ਲੈ ਕੇ ਇੱਕ ਖੂਨ ਦੇ ਅਥਰੂ ਰੋਂਦੀ ਦਰਦਾਂ ਦੀ ਦਾਸਤਾਂ ਮਹਾਰਾਣੀ ਜਿੰਦ ਕੌਰ ਨੇ ਸਭਰਾਵਾਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਜਿਵੇਂ ਲਾਹੌਰ ਦੀ ਧਰਤੀ ਤੋਂ ਚਿੱਠੀ ਦੇ ਰੂਪ ਅੰਦਰ ਖਬਰ ਦੇ ਰੂਪ ਅੰਦਰ ਭੇਜੀ ਹੈ। ਉਸ ਵਕਤ ਦਾ ਨਕਸ਼ਾ ਵਡਾਲੇ ਦਾ ਢਾਡੀ ਜੱਥਾ ਬੇਨਤੀ ਬਈ ਹੈ ਇਉਂ
ਤਾਂ ਨਹੀਂ ਹੋ ਗਈ, ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋਈ, ਨਹੀਂ ਹੋਈ, ਨਹੀਂ ਹੋਈ। ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋਈ, ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋਈ। ਪਰ ਆਪਣੇ ਹੋ ਗਏ ਗਲਦਾਰ ਸਿੰਘਾ। ਬੇਈਮਾਨੀ ਜਹਾਨ ਤੇ ਜੋਰ ਪਾ ਗਈ, ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ। ਪਹਿਲਾਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਦੇ ਵਿੱਚ ਗੁੱਜੀਆਂ ਨਸਤਰਾਂ ਲਾ ਜਾਂਦੇ। ਹੋ ਪਹਿਲਾਂ ਪੱਗ ਵਟਾਵਦੇ ਬੈਠ ਕੋਲੇ, ਲੋੜ ਪਵੇ ਤਾਂ ਪਿੱਠ ਵਖਾ ਜਾਂਦੇ। ਭੁੱਲੇ ਸ਼ਾਹ ਜੇ ਰੱਬ ਨਾ ਰਹੇ ਲੁਕ ਕੇ, ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ। ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ। ਦੇਸ਼ ਧਰੋਹੀ ਦੇਸ਼ ਧਰੋਹੀ ਵਜ਼ੀਰਾਂ ਜਰਨੈਲ ਰਲ ਕੇ, ਵੇਖ ਕੌਮ ਦਾ ਮੁੱਲ ਕੀ ਪਾਰੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ। ਇਹ ਪੰਜਾਬ ਦੀ ਅਣਖ ਗਵਾਰੇ ਨੇ। ਦੇਸ਼ ਧਰੋਹੀ ਵਜ਼ੀਰ ਜਰਨੈਲ ਰਲ ਕੇ, ਦੇਸ਼ ਧਰੋਹੀ ਵਜ਼ੀਰ ਜਰਨੈਲ ਰਲ ਕੇ, ਦੇਸ਼ ਧਰੋਹੀ ਵਜ਼ੀਰ ਜਰਨੈਲ ਰਲ ਕੇ, ਧਰੋਹੀ ਵਜ਼ੀਰ ਜਰਨੈਲ ਰਲ ਕੇ। ਵੇਖ ਕੌਮ ਦਾ ਮੁੱਲ ਕੀ ਪਾਰੇ ਨੇ। ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ, ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ, ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ। ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ। ਇਹ ਪੰਜਾਬ ਦੀ ਅਣਖ ਗਵਾਰੇ ਨੇ, ਇਹ ਪੰਜਾਬ ਦੀ ਅਣਖ ਗਵਾਰੇ ਨੇ, ਇਹ ਪੰਜਾਬ ਦੀ ਅਣਖ ਗਵਾਰੇ ਨੇ। ਹੋ ਕਹਿੰਦੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੇ ਹੋ ਕੀ ਚਿੱਤ ਵਿੱਚ ਧਾਰ ਸਿੰਘਾ। ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ। ਕਾਨੂੰ ਹਾਰ ਦੇ ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ। ਤੇਗ ਸਿੰਘਾਂ ਦੀ ਖੁੰਡੀ ਤੇ ਨਹੀਂ ਹੋਈ ਐ ਪਰ ਆਪਣੇ ਹੋਏ ਗਦਾਰ ਸਿੰਘਾ। ਦੇਸ਼ ਧਰੋਹੀ ਵਜ਼ੀਰ ਜਰਨੈਲ ਰਲ ਕੇ, ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ। ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾਓ, ਪੰਜਾਬ ਦੀ ਅਣਖ ਮਿਟਾ ਰਹੇ ਨੇ। ਹੁਣ ਵੀ ਚਮਕੀ ਨਾ ਜੇ ਸਿੰਘਾ ਤੇਗ ਤੇਰੀ, ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਣ। ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਚੁਲਾਏ ਜਾਸਣ। ਬਦਲੀ ਜਿੰਨੇ ਤਕਦੀਰ ਪੰਜਾਬ ਦੀ ਸੀ,
ਉਹਦੀ ਆਤਮਾ ਨੂੰ ਤੀਰ ਲਾਏ ਜਸਨ, ਪੁੱਤ ਸ਼ੇਰੇ ਪੰਜਾਬ ਦੀ ਮੜੀ ਤਾਈ ਉਹਦੇ ਪੈਰਾਂ 'ਚ ਫੁੱਲ ਰਲਾਏ ਜਸਨ। ਅਜੇ ਸਮਾਂ ਹੈ ਵਕਤ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਦਿਸੇ ਰਣਜੀਤ ਦੀ ਪੱਗ, ਮੈਨੂੰ ਮੋਏ ਮਿੱਤਰ ਦੀ ਜੋਧਿਆ ਆਨ ਰੱਖ ਲੈ। ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ। ਘੋੜ ਸਵਾਰ ਚਿੱਠੀ ਲੈ ਕੇ ਪੰਧ ਮਕਾਉਂਦਾ ਪਹੁੰਚਿਆ ਅਟਾਰੀ ਅੰਦਰ। ਇਸ ਅਟਾਰੀ ਅੰਦਰ ਵਸਦਾ ਹੈ ਖਾਲਸਾ ਰਾਜ ਦਾ ਆਖਰੀ ਥੰਮ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਿੱਤਰ ਸਰਦਾਰ ਸ਼ਾਮ ਸਿੰਘ ਅਟਾਰੀ। ਇਹ ਅਟਾਰੀ ਵਾਲੇ ਸਰਦਾਰਾਂ ਦਾ ਪਿਛੋਕੜ ਕੀ ਹੈ? ਚੇਤੇ ਰੱਖੋ, ਸਿੱਧੂ ਤੇ ਬਰਾੜਾ ਵਾਂਗ ਇਹ ਅਟਾਰੀ ਵਾਲੇ ਵੀ ਆਪਣਾ ਪਿਛੋਕੜ ਜੈਸਲਮੇਰ ਦੇ ਇਲਾਕੇ ਨਾਲ ਜੋੜਦੇ ਨੇ। ਇਸ ਖਾਨਦਾਨ ਵਿੱਚ ਹੋਇਆ ਇੱਕ ਧੀਰਾ ਨਾਂ ਦਾ ਮਨੁੱਖ, ਰਾਜਪੂਤਾਨੇ ਉੱਠ ਕੇ ਪੰਜਾਬ ਦੀ ਧਰਤੀ ਤੇ ਆਇਆ, ਬੜਾ ਵੱਡਾ ਰਾਗੀ। ਅੱਜ ਵੀ ਕਈ ਰਾਗ ਘਰਾਣੇ ਆਪਣਾ ਪਿਛੋਕੜ ਧੀਰੇ ਦੇ ਨਾਲ ਜੋੜਦੇ ਨੇ। ਯਾਦ ਰੱਖੋ, ਇਹਨਾਂ ਵਿੱਚ ਹੋਇਆ ਇੱਕ ਚੌਧਰੀ ਕਾਹਨ ਚੰਦ, ਜਿਨ੍ਹਾਂ ਨੇ ਲੁਧਿਆਣੇ ਦੇ ਲਾਗੇ ਕੌਂਕੇ ਨਗਰ ਆਬਾਦ ਕੀਤਾ ਹੈ। ਕਾਹਨ ਚੰਦ ਦੇ ਦੋ ਪੁੱਤ ਨੇ, ਗੌਰ ਅਤੇ ਕੌਰ। ਬੜੇ ਰਾਠ। ਜਦੋਂ ਵਜ਼ੀਰ ਜ਼ਕਰੀਆ ਖਾਂ ਵੱਲੋਂ ਪੱਤਾ ਪੱਤਾ ਖਾਲਸੇ ਦਾ ਵੈਰੀ ਬਣਾਇਆ ਗਿਆ, ਸਿੰਘਾਂ ਦੇ ਸਿਰਾਂ ਤੇ ਇਨਾਮ ਰੱਖੇ ਗਏ, ਉਸ ਦੌਰ ਅੰਦਰ ਇਹਨਾਂ ਦੋਵਾਂ ਭਰਾਵਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਬਣ ਗਏ ਨੇ ਗੌਰ ਸਿੰਘ ਤੇ ਕੌਰ ਸਿੰਘ। ਇਹਨਾਂ ਨੇ ਲੁਧਿਆਣੇ ਵਾਲੇ ਕੌਂਕੇ ਪਿੰਡ ਦੇ ਨਾਂ ਤੇ ਇੱਕ ਹੋਰ ਪਿੰਡ ਬਾਰਡਰ ਤੇ ਕੌਂਕੇ ਆਬਾਦ ਕੀਤਾ ਆ ਕੇ, ਜਿੱਥੇ ਅੱਜ ਅਟਾਰੀ ਨਗਰ ਹੈ। ਯਾਦ ਰੱਖੋ, ਇੱਥੇ ਉਦਾਸੀ ਸਾਧ ਰਹਿੰਦੇ ਸਨ। ਉਦਾਸੀ ਸਾਧਾਂ ਦੇ ਮੁਖੀ ਦਾ ਸਰਦਾਰ ਗੌਰ ਸਿੰਘ ਦੇ ਨਾਲ ਚੰਗਾ ਪਿਆਰ ਸੀ। ਉਹਨਾਂ ਸਮਿਆਂ ਅੰਦਰ ਲੁੱਟਾ ਖੋਹਾਂ, ਡਾਕੇ, ਧਾੜੇ ਆਮ ਹੋਣੇ। ਲੁਟੇਰਿਆਂ ਨੇ ਆਉਣਾ, ਇਲਾਕੇ ਦੇ ਨਾਲ ਨਾਲ ਸਾਧੂਆਂ ਦਾ ਵੀ ਡੇਰਾ ਲੁੱਟ ਕੇ ਲੈ ਜਾਣਾ। ਸਾਧੂਆਂ ਦੇ ਮੁਖੀ ਨੇ ਆਖਿਆ, ਗੌਰ ਸਿੰਘਾ, ਤੁਸੀਂ ਤੇ ਰਾਠ ਸਿੰਘ ਹੋ, ਖਾਲਸਾ ਹੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਜਾਇਆ। ਨਾਲੇ ਕਹਿੰਦੇ ਨੇ ਖਾਲਸੇ ਦੀ ਕਿਰਪਾਨ ਮਜ਼ਲੂਮਾਂ ਦੀ ਢਾਲ ਹੈ, ਇਹ ਮਜ਼ਲੂਮਾਂ ਦੀ ਰੱਖਿਆ ਤੇ ਜ਼ਾਲਮਾਂ ਦੀ ਭਖਿਆ ਕਰਦੀ ਹੈ। ਆ ਲੁਟੇਰੇ, ਡਾਕੂ, ਚੋਰ, ਧੜ ਵੀ ਆਉਂਦੇ ਨੇ, ਇਲਾਕੇ ਦੇ ਨਾਲ ਨਾਲ ਸਾਡਾ ਡੇਰਾ ਲੁੱਟ ਕੇ ਲੈ ਜਾਂਦੇ ਨੇ। ਸਾਨੂੰ ਕੀ ਚਾਹੀਦਾ ਹੈ? 2 ਵਕਤ ਦਾ ਪ੍ਰਸ਼ਾਦਾ, ਰੱਬ ਦਾ ਨਾਮ ਲੈਣ ਵਾਸਤੇ 2 ਗਜ ਜ਼ਮੀਨ। ਇਸ ਇਲਾਕੇ ਦੀ ਜਿਹੜੀ ਸਾਡੇ ਹਿੱਸੇ ਜ਼ਮੀਨ ਆਉਂਦੀ, ਇਹਦਾ ਮਾਲਕ ਤੂੰ ਬਣ। ਆ ਸਾਡਾ ਥੇ ਹੈ ਜਿਹੜਾ, ਇਹਦੇ ਤੇ ਮਕਾਨ ਬਣ ਕੇ ਰਹਿ। ਤੇਰੇ ਡਰ ਨਾਲ ਲੁਟੇਰੇ, ਡਾਕੂ ਸਾਡੀ ਜ਼ਮੀਨ ਨੂੰ, ਸਾਡੇ ਘਰਾਂ ਨੂੰ ਲੁੱਟਣ ਵਾਸਤੇ ਨਹੀਂ ਆਉਣਗੇ। ਸਰਦਾਰ ਗੌਰ ਸਿੰਘ ਨੂੰ ਗੱਲ ਚੰਗੀ ਲੱਗੀ। ਕਹਿੰਦੇ ਨੇ ਕਿ ਉੱਚੇ ਥੇ ਤੇ ਬਰਾਗੀਆਂ ਦੀ ਬੇਨਤੀ ਨੂੰ ਮੰਨ ਕੇ ਸਰਦਾਰ ਗੌਰ ਸਿੰਘ ਨੇ ਇੱਕ ਅਟਾਰੀ ਸਥਾਪਿਤ ਕੀਤੀ ਹੈ। ਇਹਦੀ ਅਟਾਰੀ ਦੂਰੋਂ ਨਜ਼ਰ ਆਉਂਦੀ ਹੈ। ਇਹਦੀ ਬਣੀ ਹੋਈ ਅਟਾਰੀ ਤੋਂ ਉਸ ਪਿੰਡ ਦਾ ਨਾਮ ਅਟਾਰੀ ਪ੍ਰਸਿੱਧ ਹੋਇਆ। ਸਰਦਾਰ ਗੌਰ ਸਿੰਘ ਦੇ 3 ਪੁੱਤ ਨੇ, ਸਰਦਾਰ ਦਲ ਸਿੰਘ, ਸਰਦਾਰ ਦਿਆਲ ਸਿੰਘ ਤੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅੰਦਰ ਜਰਨੈਲ ਹੈ। ਕਹਿੰਦੇ ਨੇ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਵਣੀਏ ਕਿਤੇ ਲਾਗੇ ਉਤਰਿਆ, ਇੱਕਦਮ ਬਿਮਾਰ ਹੋਇਆ ਤੇ ਬਿਮਾਰ ਵੀ ਬੜਾ ਜ਼ਿਆਦਾ ਹੋ ਗਿਆ। ਵੈਦ ਯਤਨ ਬੜਾ ਕਰਦੇ ਨੇ ਪਰ ਜ਼ਿੰਦਗੀ ਦੂਰ ਚਲੀ ਗਈ, ਮੌਤ ਨੇੜੇ ਆਉਣ ਲੱਗੀ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ ਪਤਾ ਲੱਗਾ। ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਮੰਜੇ ਦੀਆਂ 3 ਪਰਿਕਰਮਾ ਕੀਤੀਆਂ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਆਖਿਆ, ਫਿਰ ਸੱਚੇ ਪਾਤਸ਼ਾਹ, ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਨੂੰ ਲੋੜ ਹੈ। ਮੈਂ ਤੇਰੇ ਚਰਨਾਂ ਅੰਦਰ ਨਿਮਾਣੇ ਸਿੱਖ ਵਜੋਂ ਅਰਦਾਸ ਕਰਦਾ ਹਾਂ ਕਿ ਜਿਹੜੀ ਬਿਮਾਰੀ ਮਹਾਰਾਜਾ ਰਣਜੀਤ ਸਿੰਘ ਦੇ ਤਨ ਉੱਤੇ ਹੈ, ਇਹ ਬਿਮਾਰੀ ਮੈਨੂੰ ਲੱਗ ਜਾਵੇ ਤੇ ਮੇਰੀ ਜ਼ਿੰਦਗੀ, ਮੇਰੀ ਉਮਰ ਮਹਾਰਾਜਾ ਰਣਜੀਤ ਸਿੰਘ ਨੂੰ ਲੱਗ ਜਾਵੇ। ਅਰਦਾਸ ਕੀਤੀ। ਅਟਾਰੀ ਅੰਦਰ ਆ ਗਿਆ ਸਰਦਾਰ ਨਿਹਾਲ ਸਿੰਘ। ਵਕਤ ਬੀਤਿਆ, ਅਰਦਾਸ ਪ੍ਰਵਾਨ ਚੜੀ, ਸਰਦਾਰ ਨਿਹਾਲ ਸਿੰਘ ਬਿਮਾਰ ਹੋਇਆ। ਇਤਿਹਾਸ ਕਹਿੰਦਾ ਹੈ, ਪ੍ਰਿੰਸੀਪਲ ਗੰਡਾ ਸਿੰਘ ਹੁਣੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਤੰਦਰੁਸਤ ਹੋਇਆ, ਉਸੇ ਬਿਮਾਰੀ ਨਾਲ ਹੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦੀ ਮੌਤ ਹੋਈ। ਇਹ ਸ਼ਰਧਾਵਾਨ ਦੀ ਵੇਖੋ, ਕੱਲੇ ਜਰਨੈਲ ਨਹੀਂ, ਜੀਵਨ ਕਿੰਨਾ ਮਹਾਨ ਹੋਵੇਗਾ। ਬਾਣੀ ਬਾਣਾ ਕਿੰਨੇ ਪ੍ਰਪੱਕ ਹੋਣਗੇ ਇਹਦੇ ਵਿੱਚੋਂ, ਜਿਹੜੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਤੇ ਅਰਦਾਸ ਪ੍ਰਵਾਨ ਚੜਦੀ ਹੈ। ਅਰਦਾਸ ਪ੍ਰਵਾਨ ਵੀ ਟਾਵੇਂ ਟਾਵੇਂ ਦੀ, ਜਿਹੜਾ ਭਾਵਨਾ, ਭਰੋਸਾ, ਸ਼ਰਧਾ ਰੱਖਦਾ ਹੈ। ਹੋਤੀ ਹੈ ਦੁਆ ਕਬੂਲ ਉਨਕੀ ਜੋ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋਂ ਜੇ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਅਰਦਾਸ ਕੀਤੀ, ਪ੍ਰਵਾਨ ਚੜੀ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦੀ ਮੌਤ ਹੋਈ ਤੇ ਉਸੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦਾ ਪੁੱਤ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ।
चिट्ठी महाराणी जिंद कौर ने लिखी। अटारी दियां पौड़ियां चढ़ के बुढ़े जरनैल दे हथ चिट्ठी फड़ा दी गई। खोलिया चिट्ठी दियां परतां, बुढ़े वारिस सरदार दे डौले फड़कन लगे। ओदे लहू ने वाला खादा, कहंदे चिट्ठी पढ़ी ते दिल भुचाल आया, किसे रोह विच आण सरदार उठिया। चढ़िया खून, नेत्र लालो लाल होए, लैके हथ विच नंगी तलवार उठिया। कांटा बुरी तकदीर दा बदलने नूं टुम्मण वास्ते शेर भबकार उठिया। सौंदे जांदे पंजाब दे भाग ताई टुम्मण वास्ते शेर ललकार उठिया। कोल सद के कहा सरदारनी नूं, खाली म्यान आ उच्चा लटका छड्डी। किसे जिंदा जरनैल दी याद है ए, लगे दाग ना इनू समझा छड्डी। मरदी कौम अंदर जिंदगी भरन खातर, हुण मैं कौम तो होड़ कुर्बान चलिया। जेड़े देश धरोइयां ने लाए लंबू छट्टे रत दे पाप बुझाण चलिया। जेड़े कौमी गदारा ने दाग लाए, धोके खून दे नाल मटाण चलिया। पिछों हो सो वेखेगा जग सारा, मैं ते अपनी तोड़ निभाण चलिया। ना मैं होवांगा ना ए पंजाब होसी, ए पर दोहां दी दिलां विच याद रहसी। सीतल सूरज कुर्बानी दा चमकदा रहू, जदों ती के देश आबाद रहसी। सरदार श्याम सिंह अटारी वाले ने चिट्ठी नूं पढ़िया। अटारी वाले सरदार दी अपनी राखवी फौज है, क्योंकि जगीरां मिलियां होईयां ने, ओदे प्रबंध वास्ते इहदी अपनी फौज है। कुछ इन्हां बेईमान आगुआं दी वजह करके हिम्मतां हार के घरां विच बैठे ने। तकीए जरा, अटारी विचों सरदार श्याम सिंह अटारी ने अपने सिपा सलारा नूं पा के चिट्ठियां शेरे पंजाब महाराजा रणजीत सिंह दी मड़ी दा पा के वास्ता अटारी अंदर बई जिवें सद्दिया है, उस वक्त दा नक्शा वडाले दे साथी है।
ਮੈਨੂੰ ਛੱਡ ਕੇ ਤੂੰ ਸਾਰਾ ਭੱਜਣਾ ਨਾਲ ਲਾਰਿਓ ਸਿਰਾਂ ਦੇ ਦਾਈਆ ਜਿਉਂਦੇ ਰਹੇ ਤਾਂ ਆਜ਼ਾਦੀ ਆਪਣੀ ਹੋਏ ਆਪਣੀ ਰਹੇ ਤਾਂ ਆਜ਼ਾਦੀ ਆਪਣੀ ਜਿਉਂਦੇ ਰਹਿਣਾ ਆਜ਼ਾਦੀ ਆਪਣੀ ਮਾਰ ਕੇ ਜੱਗ ਵਿੱਚ ਸੁਣਾਈਆ ਕਰਮਾ ਵਾਲਿਓ ਇਤਿਹਾਸ ਦੇ ਸਤਿਕਾਰ ਅੰਦਰ ਬੇਅੰਤ ਗੁਰੂ ਕੀ ਸੰਗਤ ਵੱਲੋਂ ਸਨਮਾਨ ਹਾਜ਼ਰ ਕੀਤਾ ਜਾ ਰਿਹਾ ਹੈ। ਪਾਤਸ਼ਾਹ ਚੜ੍ਹਦੀ ਕਲਾ ਕਰਨ ਸਵਰਗਵਾਸੀ ਸਰਦਾਰ ਧਰਮ ਸਿੰਘ ਮਿਸਤਰੀ, ਉਹਨਾਂ ਦੇ ਨਾਮ ਤੋਂ ਇੱਕ 100 ਦਮੜਾ ਹਾਜ਼ਰ ਹੈ। ਪਾਤਸ਼ਾਹ ਚੜ੍ਹਦੀ ਕਲਾ ਕਰਨ ਸਰਦਾਰ ਪਰਮਜੀਤ ਸਿੰਘ ਜੀ ਬੱਲ ਕੈਨੇਡਾ 100 ਦਮੜਾ ਹਾਜ਼ਰ ਕਰਦੇ ਨੇ। ਸਰਦਾਰ ਸੁਲੱਖਣ ਸਿੰਘ ਜੀ ਬੱਲ USA 100 ਦਮੜਾ ਹਾਜ਼ਰ ਕਰਦੇ ਨੇ। ਸਰਦਾਰ ਮਨਿੰਦਰ ਸਿੰਘ ਜੀ ਰਸ਼ੀਆ USA 100 ਦਮੜਾ ਹਾਜ਼ਰ ਕਰਦੇ ਨੇ। ਸਤਿਕਾਰਯੋਗ ਸਰਦਾਰ ਦਲਬੀਰ ਸਿੰਘ ਜੀ ਜਿਹੜੇ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਵੱਲੋਂ ਆਪਣੇ ਦੋਤਰੇ ਕਾਕਾ ਹਰਜਪ ਸਿੰਘ USA ਦੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਤੇ ਲੰਮੀ ਉਮਰ ਵਾਸਤੇ 100 ਦਮੜਾ ਹਾਜ਼ਰ ਕੀਤਾ ਗਿਆ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ। ਮੀਤਪਾਲ ਸਿੰਘ ਜੀ ਆਪਣੀ ਮਾਤਾ ਹਰਜੀਤ ਕੌਰ ਦੀ ਤੰਦਰੁਸਤੀ ਲਈ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ 500 ਦਮੜਾ ਮਾਇਆ ਹਾਜ਼ਰ ਕਰਦੇ ਨੇ। ਪਾਤਸ਼ਾਹ ਰਹਿਮਤ ਕਰਨ, ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ। ਮੇਰੇ ਸਤਿਕਾਰਯੋਗ ਆਪ ਗੁਰੂ ਕੀ ਸੰਗਤ ਦੇ ਸਹਿਯੋਗ ਨਾਲ ਜੋ ਇਸ ਪਾਵਨ ਅਸਥਾਨ ਦੀ ਮੈਨੇਜਮੈਂਟ ਸੰਭਾਲ ਰਹੇ ਨੇ, ਸਰਪ੍ਰਸਤ ਮਾਸਟਰ ਸੁਵਿੰਦਰ ਸਿੰਘ ਜੀ, ਚੇਅਰਮੈਨ ਸਾਹਿਬ, ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ, ਸੈਕਟਰੀ ਦਲਬੀਰ ਸਿੰਘ ਜੀ, ਖਜ਼ਾਨਚੀ ਪ੍ਰਭਦਿਆਲ ਸਿੰਘ ਜੀ, ਇਹਨਾਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ। ਇਹਨਾਂ ਦੇ ਨਾਲ ਸਾਬਕਾ ਪ੍ਰਧਾਨ ਸਰਦਾਰ ਗਿਆਨ ਸਿੰਘ ਜੀ, ਸਰਦਾਰ ਸੁਖਵਿੰਦਰ ਸਿੰਘ ਜੀ PA, ਜਿਨ੍ਹਾਂ ਨੇ ਦਿਨ ਦੇ ਦੀਵਾਨਾ ਅੰਦਰ ਅਜਾਇਬ ਘਰ ਦੀ ਪ੍ਰਦਰਸ਼ਨੀ ਲਾ ਕੇ ਸਿੱਖ ਇਤਿਹਾਸ ਤੋਂ ਗੁਰੂ ਸੰਗਤ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ। ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਰਦਾਰ ਗੁਰਬਖਸ਼ ਸਿੰਘ ਜੀ ਹਲਵਾਈ 100 ਦਮੜਾ ਹਾਜ਼ਰ ਕਰਦੇ ਨੇ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ। ਹੋਰ ਗੁਰੂ ਕੀ ਸੰਗਤ ਵੱਲੋਂ ਸਨਮਾਨ ਹਾਜ਼ਰ ਹੈ। ਵੀਰ ਰਵੀ ਦੇ ਨਾਮ ਤੋਂ ਮਾਇਆ ਹਾਜ਼ਰ ਕਰਦੇ ਨੇ ਵਿਦੇਸ਼। ਸੱਚੇ ਪਾਤਸ਼ਾਹ ਉਹਨਾਂ ਨੂੰ ਭੇਜ ਦੇਣ, ਇਹ ਅਰਦਾਸ ਹੈ। ਸੱਚੇ ਪਾਤਸ਼ਾਹ ਉਹਨੂੰ ਸਮਤ ਸ੍ਰੇਸ਼ਟ ਬੁੱਧ ਬਖਸ਼ਿਸ਼ ਕਰਨ। ਸੰਗਤ ਅੰਦਰ ਬਿਰਾਜਮਾਨ ਨੇ ਮੇਰੇ ਸਤਿਕਾਰਯੋਗ ਪ੍ਰਿੰਸੀਪਲ ਦਲਬੀਰ ਸਿੰਘ ਜੀ ਸੱਤੋਵਾਲ, ਕਿਉਂਕਿ ਆਮ ਵੇਖਣ ਵਿੱਚ ਆਉਂਦਾ ਹੈ ਢਾਡੀ ਕਵੀਸ਼ਰ ਕਥਾਵਾਚਕ ਸਟੇਜ ਤੇ ਬੋਲਦੇ ਨੇ, ਲੇਕਿਨ ਜਦੋਂ ਕਿਸੇ ਨੂੰ ਸੁਣਨਾ ਹੋਵੇ ਨਾ ਸਰੋਤਾ ਬਣ ਕੇ, ਉਦੋਂ ਸਾਡੀ ਸ਼੍ਰੇਣੀ ਦੇ ਬੰਦੇ ਖਾਸ ਕਰਕੇ ਸੰਗਤ ਅੰਦਰ ਬਹੁਤਾ ਲੰਮਾ ਸਮਾਂ ਨਹੀਂ ਬਹਿੰਦੇ। ਇਹ ਇਹਨਾਂ ਦੀ ਫਰਾਖ ਦਿਲੀ ਹੈ, ਕਿਉਂਕਿ ਦਿਨ ਦੇ ਦੀਵਾਨਾ ਅੰਦਰ ਵੀ ਸਾਰਾ ਦਿਨ ਬਹਿ ਕੇ ਇਹਨਾਂ ਨੇ ਇਤਿਹਾਸ ਨੂੰ ਸਰਵਣ ਕੀਤਾ ਹੈ। ਹੁਣ ਵੀ ਉਹ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਬੈਠੇ ਨੇ, ਮੁਹੱਬਤ ਕਰਦੇ ਨੇ ਢਾਡੀ ਕਵੀਸ਼ਰ ਜਥਿਆਂ ਦੇ ਨਾਲ। ਉਹਨਾਂ ਦੇ ਸੁਪੁੱਤਰ ਮੇਰੇ ਛੋਟੇ ਵੀਰ ਜੰਗਬੀਰ ਸਿੰਘ ਦੀ ਚੜ੍ਹਦੀ ਕਲਾ, ਤੰਦਰੁਸਤੀ, ਲੰਮੀ ਆਰਜ਼ੂ ਵਾਸਤੇ ਸਤਿਗੁਰਾਂ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਕਰਦਾ ਹਾਂ। ਇੱਕ ਵਾਰ ਸਾਰੀ ਸੰਗਤ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਜੀ ਸਰਵਣ ਕਰ ਰਹੇ ਸੋ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਸਾਥੀਆਂ ਨੂੰ ਚਿੱਠੀਆਂ ਪਾ ਕੇ ਅਟਾਰੀ ਅੰਦਰ ਸੱਦਿਆ। ਜੰਗ ਦਾ ਬਿਗਲ ਵੱਜਾ ਹੈ। ਬੇਨਤੀ ਕਰਾਂ, ਜੰਗ ਦੇ 3 ਰੂਪ ਹੁੰਦੇ ਨੇ, 3 ਤਰੀਕਿਆਂ ਦੀ ਜੰਗ ਹੈ ਅੱਜ। ਇੱਕ ਜੰਗ ਉਹ ਜਿਹੜੀ ਰਣ ਖੇਤਰ ਅੰਦਰ ਤਲਵਾਰਾਂ ਨਾਲ ਲੜੀ ਜਾਂਦੀ ਹੈ। ਇੱਕ ਜੰਗ ਹੈ ਵਿਚਾਰਾਂ ਦੀ, ਜਿਸ ਜੰਗ ਦੀ ਆਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ। ਉਹਨਾਂ ਦਾ ਪਾਵਨ ਬਚਨ ਹੈ, ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਇੱਕ ਜੰਗ ਵਿਚਾਰਾਂ ਦੀ ਹੈ। ਅੱਜ ਕੱਲ ਵਿਚਾਰਾਂ ਦੀ ਲੜਾਈ ਲੜਦੇ ਆ, ਆਪਾਂ ਵੇਖਦੇ ਆ ਨਾ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ। ਸਾਡੇ ਆਪਣੇ ਧਰਮ ਅੰਦਰ 2 ਵੱਖਰੇ ਵੱਖਰੇ ਫਿਰਕੇ ਖੜੇ ਹੋ ਗਏ ਨੇ। ਉਹਦੀ ਗੱਲ ਨੂੰ ਕੱਟੀ ਜਾਂਦਾ, ਉਹਦੀ ਗੱਲ ਨੂੰ ਕੱਟੀ ਜਾਂਦਾ ਹੈ। ਲੇਕਿਨ ਗੱਲ ਆਪਾਂ ਗੁਰੂ ਦੀ ਕਰਨੀ ਹੈ ਤੇ ਗੁਰੂ ਦੀ ਸਰਵਣ ਕਰਨੀ ਹੈ, ਆਮ ਨਹੀਂ। ਇਹ ਤੇ ਸ਼ਰਧਾ
ਆਸਤਕ ਤੇ ਨਾਸਤਕ ਦੋਵੇਂ ਚੀਜ਼ਾਂ ਦਾ ਪ੍ਰਚਾਰ ਅੱਜ ਦੁਨੀਆ ਉੱਤੇ ਚੱਲ ਰਿਹਾ ਹੈ। ਆਪਾਂ ਕਈ ਵਾਰ ਸਰਵਣ ਕੀਤਾ ਹੋਵੇਗਾ ਕਿਸੇ ਕੋਲੋਂ ਵੀ ਫਲਾਣਾ ਬੰਦਾ ਅੰਧ ਵਿਸ਼ਵਾਸੀ ਹੈ। ਮੈਂ ਬੇਨਤੀ ਕਰਾਂ, ਅੰਧ ਵਿਸ਼ਵਾਸ ਕੋਈ ਮਾੜੀ ਚੀਜ਼ ਨਹੀਂ, ਬੜੀ ਵਧੀਆ ਚੀਜ਼ ਹੈ। ਸਵਾਮੀ ਵਿਵੇਕਾਨੰਦ ਉੱਤੇ ਕਿਸੇ ਨੇ ਸਵਾਲ ਕਰਕੇ ਆਖਿਆ, ਸਵਾਮੀ ਜੀ ਤੁਹਾਡਾ ਅੰਧ ਵਿਸ਼ਵਾਸ ਬਾਰੇ ਕੀ ਖਿਆਲ ਹੈ? ਸਵਾਮੀ ਵਿਵੇਕਾਨੰਦ ਨੇ ਸਹਿਜੇ ਹੀ ਕਹਿ ਦਿੱਤਾ ਕਿ ਮੇਰਾ ਬੜਾ ਵਧੀਆ ਖਿਆਲ ਹੈ, ਬੰਦਾ ਅੰਧ ਵਿਸ਼ਵਾਸੀ ਹੋਣਾ ਚਾਹੀਦਾ ਹੈ। ਸਵਾਲ ਕਰਨ ਵਾਲੇ ਬੰਦੇ ਦੇ ਮਨ ਅੰਦਰ ਬੜਾ ਇਸ ਗੱਲ ਦਾ ਧੁੜਕੂ ਲੱਗਾ ਬਈ ਐਡਾ ਵੱਡਾ ਦਾਰਸ਼ਨਿਕ, ਐਡਾ ਵੱਡਾ ਵਿਦਵਾਨ ਬੰਦਾ, ਮੈਂ ਇਹਨੂੰ ਅੰਧ ਵਿਸ਼ਵਾਸ ਬਾਰੇ ਪੁੱਛਿਆ, ਇਹ ਕਹਿੰਦਾ ਕਿ ਇਨਸਾਨ ਅੰਧ ਵਿਸ਼ਵਾਸੀ ਹੋਣਾ ਚਾਹੀਦਾ। ਉਹ ਕਹਿੰਦੇ ਹਾਂ, ਬੰਦਾ ਅੰਧ ਵਿਸ਼ਵਾਸੀ ਹੋਣਾ ਚਾਹੀਦਾ, ਪਰ ਬੰਦੇ ਦਾ ਅੰਨੇ ਤੇ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਅੰਧ ਵਿਸ਼ਵਾਸ ਹੀ ਤਾਂ ਕਰਦੇ ਹੋ, ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹੋ ਨਾ ਆਪਣੇ ਗੁਰੂ ਉੱਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੀਏ ਕਿਹੜੀ ਗੱਲੋਂ ਨਾ, ਜਿਸ ਗੁਰੂ ਨੇ ਆਪਣੇ ਪੁੱਤ ਸਾਡੇ ਤੋਂ ਨਿਸ਼ਾਵਰ ਕਰਕੇ ਇਹ ਗੱਲ ਆਖੀ ਹੋਵੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਵੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਤੇ ਉਸ ਗੁਰੂ ਤੇ ਅਸੀਂ ਬਈ ਅੰਧ ਵਿਸ਼ਵਾਸ ਕਿਉਂ ਨਹੀਂ ਕਰਾਂਗੇ? ਕਰਦੇ ਆ, ਲੇਕਿਨ ਅੰਧੇ ਤੇ ਵਿਸ਼ਵਾਸ ਮਾੜਾ ਹੈ। ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਉਹ ਕਹਿੰਦੇ ਗੁਰੂ ਜਿਨ੍ਹਾਂ ਕੇ ਅੰਧੁਲੇ ਸਿੱਖ ਵੀ ਅੰਧੇ ਕਰਮ ਕਰੇਨ। ਜਿਨ੍ਹਾਂ ਦੇ ਗੁਰੂ ਅੰਨੇ ਨੇ ਉਹਨਾਂ ਦੇ ਸਿੱਖਾਂ ਨੇ ਵੀ ਤਾਂ ਅੰਨੇ ਕਰਮ ਕਰਨੇ ਨੇ ਨਾ, ਮਾੜੇ ਕਰਮ ਕਰਨੇ ਨੇ। 2 ਰਤੀਆਂ ਵੱਧ ਨਿਕਲਣਗੇ ਉਹਨਾਂ ਦੇ ਚੇਲੇ। ਲੇਕਿਨ ਯਾਦ ਰੱਖੋ, ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਅੰਧ ਵਿਸ਼ਵਾਸ ਕਰਦੇ ਆ। ਆਪ ਮੋਟਰ ਗੱਡੀਆਂ ਤੇ ਸਫ਼ਰ ਕਰਦੇ ਹੋ, ਲੰਮੇ ਬੰਦ ਤੇ ਜਾਣਾ ਹੋਵੇ, ਬੱਸ ਅੰਦਰ ਸਫ਼ਰ ਕਰਨ ਵਾਲਾ ਬੰਦਾ ਕਈ ਵਾਰ ਸੀਟ ਤੇ ਬਾਹਾਂ ਰੱਖ ਕੇ ਸੌਂ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਕਿ ਮੰਜ਼ਿਲ ਕਦੋਂ ਆ ਗਈ ਹੈ। ਕਾਰਨ ਕਿਉਂਕਿ ਡਰਾਈਵਰ ਉੱਤੇ ਉਹਨੇ ਅੰਧ ਵਿਸ਼ਵਾਸ ਕੀਤਾ ਹੈ। ਉਹਨੂੰ ਇਸ ਗੱਲ ਦਾ ਯਕੀਨ ਹੈ ਕਿ ਜਿਸ ਬੱਸ ਵਿੱਚ ਮੈਂ ਸਫ਼ਰ ਕਰਦਾ ਹਾਂ, ਇਸ ਬੱਸ ਦਾ ਡਰਾਈਵਰ ਅੰਨਾ ਨਹੀਂ, ਇਹ ਮੈਨੂੰ ਮੰਜ਼ਿਲ ਤੇ ਲੈ ਕੇ ਜਾਵੇਗਾ। ਇਸ ਬੱਸ ਦੇ ਡਰਾਈਵਰ ਨੇ ਨਸ਼ਾ ਨਹੀਂ ਕੀਤਾ ਹੋਇਆ, ਸ਼ਰਾਬ ਨਹੀਂ ਪੀਤੀ ਹੋਈ, ਮੈਂ ਭਰੋਸਾ ਕਰਦਾ ਹਾਂ ਇਹਦੇ ਤੇ ਇਹ ਬੱਸ ਮੰਜ਼ਿਲ ਤੇ ਪਹੁੰਚੇਗੀ। ਆਪਾਂ ਅੰਧ ਵਿਸ਼ਵਾਸ ਕਰਕੇ ਸੀਟ ਤੇ ਸਿਰ ਰੱਖ ਕੇ ਸੌਂ ਵੀ ਜਾਂਦੇ ਆ ਤੇ ਮੰਜ਼ਿਲ ਤੇ ਪਹੁੰਚਦੇ ਵੀ ਆ। ਲੇਕਿਨ ਅੰਨੇ ਤੇ ਵਿਸ਼ਵਾਸ ਮਾੜਾ ਹੈ। ਗੱਲ ਜੰਗ ਦੀ ਕਰ ਰਹੇ ਸਾਂ, ਵਿਚਾਰਾਂ ਦੀ ਜੰਗ। ਇੱਕ ਜੰਗ ਹੈ ਆਪਣੇ ਆਪੇ ਨਾਲ ਲੜੀ ਜਾਣ ਵਾਲੀ, ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਆਪਾਂ ਲੜਦੇ ਹਾਂ। ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਨਾ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ। ਉਹ 5 ਸੂਰਬੀਰ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਹੜਾ ਇਹਨਾਂ ਤੇ ਕਾਬੂ ਪਾਵੇ ਉਹਨੂੰ ਸੂਰਮਾ ਆਖਿਆ ਮੇਰੇ ਪਾਤਸ਼ਾਹ ਨੇ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ। ਉਹ ਸੂਰਮਾ ਹੈ ਜਿਹਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਾ ਹੋਇਆ। ਇਹ ਵੀ ਜੰਗ ਹੈ ਇੱਕ ਆਪਣੇ ਆਪੇ ਨਾਲ ਲੜੀ ਜਾਣ ਵਾਲੀ। ਲੇਕਿਨ ਇੱਥੇ ਜੰਗ ਆਰੰਭ ਹੋਣ ਲੱਗੀ, ਜਿਹੜੀ ਰਣ ਖੇਤਰ ਅੰਦਰ ਤਲਵਾਰਾਂ ਦੀ ਲੜਾਈ, ਦਵੱਲੀ ਲੜਾਈ ਲੜੀ ਜਾਣੀ ਹੈ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪਾਈਆਂ ਚਿੱਠੀਆਂ, ਸੱਦੇ ਨੇ ਸ਼ੇਰੇ ਪੰਜਾਬ ਦੀ ਮੜੀ ਦਾ ਵਾਸਤਾ ਪਾ ਕੇ ਆਖਿਆ, ਜੇ ਚੱਲਣਾ ਜੇ ਮੇਰੇ ਨਾਲ ਸਿੱਧੇ ਹੋ ਕੇ ਜਾਇਓ, ਜਿੰਨੇ ਭੱਜਣਾ ਕੰਧ ਵਿਖਾ ਕੇ ਉਹ ਮੇਰੇ ਨਾਲ ਬਿਲਕੁਲ ਨਾ ਆਵੇ। ਕਹਿੰਦੇ ਨੇ ਕਿ ਬੰਨੇ ਨੇ ਸ਼ਹੀਦੀ ਗਾਨੇ। ਅੱਜ ਅੰਮ੍ਰਿਤ ਵੇਲੇ ਸਰਦਾਰ ਉੱਠਿਆ ਹੈ, ਇਸ਼ਨਾਨ ਕੀਤਾ ਹੈ, ਚਿੱਟਾ ਦਾੜਾ ਸਰਦਾਰ ਦਾ ਦੁੱਧ ਰੰਗਾ। ਕਹਿੰਦੇ ਨੇ ਕਿ ਚਿੱਟੇ ਰੰਗ ਦਾ ਦਮਾਲਾ ਉਹਨੇ ਆਪਣੇ ਸੀਸ ਤੇ ਸਜਾਇਆ, ਚਿੱਟੀ ਪੋਸ਼ਾਕ ਤਨ ਉੱਤੇ ਪਾਈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਇਆ, ਦੋਵੇਂ ਹੱਥ ਜੋੜੇ, ਗਲ ਪੱਲਾ ਪਾ ਕੇ ਅਰਦਾਸ ਕਰਕੇ ਆਖਿਆ, ਐ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਪੰਜਾਬ ਦੀ ਡੁੱਬਦੀ ਬੇੜੇ ਨੂੰ ਬੰਨੇ ਲਾਉਣ ਵਾਸਤੇ ਸਭਰਾਵਾਂ ਦੇ ਮੈਦਾਨ ਅੰਦਰ ਚੱਲਿਆ ਹਾਂ, ਪਰ ਪਾਤਸ਼ਾਹ ਤੇਰੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਜੇ ਖਾਲਸਾ ਫੌਜ ਜਿੱਤੀ, ਚਿੱਟਾ ਦਾੜਾ ਲੈ ਕੇ ਸ਼ਾਮ ਸਿੰਘ ਅਟਾਰੀ ਅੰਦਰ ਵਾਪਸ ਆਵੇਗਾ। ਜੇ ਖਾਲਸਾ ਫੌਜ ਦੀ ਹਾਰ ਹੋਈ, ਸੱਚੇ ਪਾਤਸ਼ਾਹ ਤੇਰੇ ਹਜ਼ੂਰੀ ਅੰਦਰ ਬਚਨ ਕਰਦਾ ਹਾਂ, ਮੈਂ ਜਿਉਂਦਾ ਵਾਪਸ ਨਹੀਂ ਆਵਾਂਗਾ, ਉੱਥੇ ਸ਼ਹੀਦੀ ਜਾਮ ਪੀ ਜਾਵਾਂਗਾ। ਸਰਦਾਰ ਨੇ ਅਰਦਾਸ ਕੀਤੀ ਹੈ, ਚਿੱਟੀ ਚੀਨੀ ਘੋੜੀ ਤੇ ਹੋਇਆ ਸਵਾਰ। ਕਹਿੰਦੇ ਨੇ ਕਿ ਅੱਜ ਸਰਦਾਰ ਦੀ ਧਰਮ ਪਤਨੀ ਸਰਦਾਰਨੀ ਦੇਸਾਂ ਅਟਾਰੀ ਦੀਆਂ ਪੌੜੀਆਂ ਉਤਰ ਕੇ ਥੱਲੇ ਆਈ ਹੈ, ਘੋੜੀ ਤੇ ਸਵਾਰ ਹੈ ਸਰਦਾਰ। ਸਰਦਾਰਨੀ ਦੇਸਾਂ ਨੇ ਆ ਕੇ ਰਕਾਬ ਅੰਦਰ ਪਏ ਸਰਦਾਰ ਦੇ ਚਰਨ ਨੂੰ ਫੜ ਕੇ ਆਖਿਆ, ਸਰਦਾਰ ਜੀਓ ਚੱਲੇ ਹੋ। ਯਾਦ ਰੱਖੋ, ਪਤੀ ਬ੍ਰਤਾ ਧਰਮ ਅੰਦਰ ਪ੍ਰਭਾ ਕਰਨ ਵਾਲੀ ਸਰਦਾਰਨੀ ਦੇਸਾਂ। ਸਰਦਾਰ ਦੇ ਨੀਅਤ ਸਮੇਂ ਤੋਂ ਪਹਿਲਾਂ ਦੇਸਾਂ ਨੇ ਕਦੇ ਪ੍ਰਸ਼ਾਦਾ ਨਹੀਂ ਛਕਿਆ। ਹਰ ਵਕਤ ਜੀ ਹਜ਼ੂਰੀ ਕਰਨ ਵਾਲੀ
सत बचन कह के भाणा मनण वाली ते अपने पति दे हुक्म नूं मनण वाली अज सरदारनी देसा ने रकाब अंदरले चरणों नूं हथ विच लैके आखिया सरदार जी चले हो। सरदार ने आखिया हां देसा चलिया हां, मुड़ मेले कदों होने ने? ते सरदार ने आखिया देसा गुरु ग्रंथ साहिब सच्चे पातशाह दे चरणां अंदर खलो के बचन कीता है जे जिते श्याम सिंह चिट्टा दाड़ा लैके अटारी विच वापस आवेगा, जे खालसा फौज दी हार हुई उड़ीकी ना, इंतजार ना करी, मैं वापस नहीं आना, मैं शहीदी जाम पी जाना है। सरदारनी ने लंबा हौका लेके आखिया सरताज कोई जांदी वार दी निशानी तां दे चलो। सरदार ने उसे वक्त अपनी म्यान विचों सर्र करदी खिंच के तलवार लहरा के आकाश अंदर खाली म्यान देसां दे हथ फड़ा के आखिया देसां आ म्यान जरनैल दी निशानी वजों संभाल के उत्ती थां लटका छड्डी, दसी आउण वालियां पीढ़ियां नूं ये म्यान ओ म्यान है जिस म्यान विचों तुहाडे बाबे ने तलवार कढ के पंजाब दी आबरू नूं बचाउण वास्ते सबरावां दे मैदान अंदर शहीदी जाम कीता सी। सरदार श्याम सिंह अटारी वाले ने अपने जीवन साथन दे नाल आखिरी वार्तालाप कीती है। कहंदे ने कि वज्जी नगारे ते चोट, सुआणियां ने मर्दां दा हौसला वधाया, पंजाब दी आबरू नूं बचाउण वास्ते अज गुट ते बन के शहीदी गाने ये परवाने शमा तो कुर्बान होण वास्ते चले ने। आजादी कुर्बानी तो बिना नहीं मिलदी। बापू दया सिंह दिलबर हुणां दे बोल चेते आए, ਉਹ ਕਹਿੰਦੇ ਦਿਲ ਦਿੱਤਿਆਂ ਬਾਦ ਨਾ ਦਿਲ ਮਿਲਦੇ ਬਿਨਾ ਦਿਲਾਂ ਦੇ ਲਿਆ ਨਾ ਪਿਆਰ ਮਿਲਦਾ। ਹੁਸਨ ਬਾਜ ਨਜਾਗਤਾਂ ਸੋਹੰਦੀਆਂ ਨਾ ਤਾਂਗ ਬਿਨਾ ਨਹੀਂ ਦਿਲਦਾਰ ਮਿਲਦਾ। ਉਦਮ ਬਿਨਾ ਨਾ ਕੋਈ ਵੀ ਕੰਮ ਸਰਦਾ, ਕੰਮ ਸਰੇ ਬਿਨਾ ਨਹੀਂ ਸਤਕਾਰ ਮਿਲਦਾ। ਬਿਨਾ ਚੜੇ ਕੁਰਬਾਨੀ ਦੀ ਭੇਟ ਦਿਲਬਰ ਨਹੀਂ ਆਜ਼ਾਦੀ ਦਾ ਖਿੜਿਆ ਗੁਲਜ਼ਾਰ ਮਿਲਦਾ। ਪੰਜਾਬ ਦੀ ਆਬਰੂ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਇਹ ਕੌਮੀ ਪਰਵਾਨੇ ਚੱਲੇ ਨੇ। ਮੋਹ ਦੀਆਂ ਚੱਪੜੀਆਂ ਭੰਨ ਦਿੱਤੀਆਂ ਨੇ, खूनी खारे ते बह के इशनान कीता है। सियाने बंदे कहंदे ने कि तीन तरीके दा इशनान, तीन इशनान बंदा करदा है, एक दाई दा, एक नाई दा ते एक भाई दा। बच्चा पैदा होंदा है दाई इशनान करवाउंदी है। विआह वास्ते याद रखो खारे चढ़दा है उदों नाई इशनान करवाउंदा है। जदों शरीर दा भांडा भजदा है फिर भाई इशनान करवा के चिखा नूं लांबू लाउंदे ने। लेकिन अज सरदार ने मोतियां चपड़ियां नूं भन के खूनी खारे ते बह के कीता इशनान। मार के नगारे ते चोटां सबरावां दे मैदान अंदर पंजाब दी आबरू नूं बचाउण वास्ते इह परवानियां दा जथा है।
ਦੇ ਮੈਦਾਨ ਨੂੰ ਕੂਚ ਕੀਤਾ ਹੈ। याद रखो वो जंग किवें जीती जा सकती है जिस जंग का नक्शा दुश्मन कोले पहला तो पहुंचया होगा। अंग्रेज ने 4 पलटना इत्थे नवीं उतारियां ने रणखेतर अंदर, जड़ियां एक भी जंग अंदर खालसा फौज के सामने नहीं आईयां। फेरू के मैदान में लड़ी जाने वाली जंग, मुदकी ते अलीवाल की जंग अंदर अंग्रेज सिपाही खालसाई तलवार के जोर वेख चुके ने, डर बैठा होया उन्हां दे मनां विच। याद रखो 4 पलटना वो उतारियां गईयां जिहड़ियां एक बार भी खालसा फौज के सामने नहीं लड़ियां। अद्धे चंद वर्गा नक्शा बनया होया। याद रखो आगू इत्थे बेईमान ते गदार विके हुए ने दुश्मन दे सोने तो। इत्थे शायर ने बड़ा सोहना लिखिया है, वो कहंदा अमली नूं फीम चंगी, बच्चे नूं तलीम चंगी, सारी होवे टीम चंगी, खावे कदे हार ना। धोखेबाज जार माड़े, कौम च गदार माड़े, जिन्हां दे विहार माड़े करे कोई एतबार ना। कमानो छुट्टे तीर माड़े, विछड़ जाण वीर माड़े, जिन्हां दे वजीर माड़े चले ओ सरकार ना। वो सरकारां बहुता लंबा समा नहीं चलदियां जिन्हां सरकारां दे आगू वजीर माड़े बेईमान होण। असी हारदे ना, असी मरदे ना जे साडे आगू बेईमान ते गदार ना होंदे। अपनियां निजी लोड़ां दी खातर उन्होंने पंजाब दा ते लाया। मोर्चा चल रहा है, गल लांभे ना जावे, खतरा सानू की है, साडे आगू टिके रहन। चुकिया गया मोर्चा 26 जनवरी की घटना तो बाद तहस नहस होया। एक बार लोगों का मनोबल, घरां विच बैठे हुए अथरू आ रहे सन अखां चों। सच्चे पातशाह ਇਹ ਕਿਸਾਨੀ ਸੰਘਰਸ਼ नहीं, इत्थे पंजाब की इज्जत भी दाव ते लगी हुई है। क्योंकि मोदी ने बड़े यत्न किए इन्हां 7 सालों विच। उन्हें 370 धारा तोड़ी, उन्हें कोरोना की आड़ अंदर लॉकडाउन लाया, नोटबंदी की। याद रखो कहंदा कोई कुसकिया ना मैं चमदियां चलाइयां। शायद कोरोना काल दे संकट विच मैं ये 3 कानून पास करके शायद इन्हां दी जमीनां भी हड़प लवांगा, लेकिन इत्थे भुलेखा खा गया। क्योंकि ओदा वाह हुण रज्जियां होया दे नाल पै गया। ओदा पेचा हुण गुरु गोबिंद सिंह सच्चे पातशाह महाराज जी दे खालसे दे नाल पै गया है। याद रखो देश दा अन्नदाता है, जबर ते सबर दी जंग छिड़ी हुई है। एक पासे जाबरां दा जबर, दूजे पासे सबर दे नाल देश दा किसान बैठा होया। आपां कामना इहो करनी है सच्चे पातशाह कृपा करे सबर जिते, देश दा अन्नदाता जिते। एक बार सारी संगत कह दिओ नानक नाम चढ़दी कला, तेरे भाणे सरबत दा भला। बेईमान आगू विके होए ने दुश्मन दे सोने तो। 7 फरवरी नूं निकलसन दे नाल चिट्ठी पत्र भेजण वाला लाल सिंह वजीर दा ਉਹ ਗੁਪਤ ਸੂਈਆ ਨੂਰਦੀਨ ਪਠਾਨ ਕਸੂਰੀ ਜਿਹੜਾ ਹੈ, ਚੇਤੇ ਰੱਖੋ ਇਹ ਜੰਗ ਦਾ ਨਕਸ਼ਾ ਲੈ ਕੇ ਤੇ ਅੰਗਰੇਜ਼ ਕੋਲੇ ਪਹੁੰਚ ਚੁੱਕਾ ਹੈ। ਜੰਗ ਲੜੀ ਕਿਵੇਂ ਜਾਣੀ ਹੈ, ਕਿਸ ਪਾਸੇ ਤੋਂ ਕਿੰਨੇ ਹਮਲਾ ਕਰਨਾ ਹੈ, ਕਿਸ ਪਾਸੇ ਤੋਂ ਕਿਹੜੀ ਫੌਜ ਚੜ ਕੇ ਆਉਣੀ ਹੈ, ਕਿਵੇਂ ਜੰਗ ਜਿੱਤੀ ਜਾ ਸਕਦੀ ਸੀ। ਨਕਸ਼ਾ ਤੇ ਦੁਸ਼ਮਣ ਕੋਲੇ ਪਹੁੰਚ ਗਿਆ ਹੈ। ਕਿਹੜੀ ਬਾਈ ਤਗੜੀ ਹੈ, ਕਿਹੜੀ ਬਾਈ ਕਮਜ਼ੋਰ ਹੈ, ਨਾਲ ਇਹ ਵੀ ਦੱਸਿਆ ਹੋਇਆ ਅਸੀਂ ਤੁਹਾਡੇ ਨਾਲ ਹਾਂ। लेकिन याद रखो सरदार शाम सिंह टारी वाला आ गया है, जंग का रुख बदल जाएगा, वो विकना नहीं। जेड़े लोग जीउंदे नहीं विकते, याद रखो उन्हां दे तुर जाण तो बाद उन्हां दा नाम विकदा है। जेड़े लोग अपना ईमान नहीं वेचते, स्टेजां उत्ते उन्हां दा जस हुंदा है, ते जेड़े लोग जीउंदियां ईमान वेच जांदे ने, मरण तो बाद भी उन्हां लोकां नूं लाहणतां ही पैंदियां ने। नाम उन्हां दा रहिंदा जेड़े ईमान ते कायम रहिंदे ने। 9 फरवरी दी रात गदारां दा टोला सरदार शाम सिंह अटारी वाले कोल भी आया है, उन्होंने भी खरीदण दा यतन कीता है। लेकिन याद रखो बुढ़े जरनैल दी रगा अंदर वफादारी दौड़दी है। महाराजा रणजीत सिंह दे नाल मित्रता नूं निभाउण वाला खालसा राज दा आखिरी थम डटिया मैदान अंदर। मैं आखिरी रचना तुहाडे चरनां विच कह के आप कोल खिमा दे जाचक हो जाना है। समा नेड़े आ रहा है, बेनती है क्योंकि सवेरे तकरीबन 5 बजे हरियाणा कैंथल जिले अंदर रवानगी है। लम्मा पंध है, इस करके थोड़ा जा आराम जरूरी है। सच्चे पातशाह कृपा करे, आओ तकिए जरा। सबरावा दे मैदान अंदर सतलुज दरिया ते बेड़ियां दा पुल बन्निया गया। याद रखो
ਤੋਪਾਂ ਨੂੰ ਜਿਹੜਾ ਬਰੂਦ ਦੇਣਾ ਹੈ ਉਹਦੇ ਬਕਸਿਆਂ ਵਿੱਚ ਸਰੋਂ ਤੇ ਸੁਆਹ ਭਰ ਦਿੱਤੀ ਗਈ। ਤੋਪਾਂ ਚੱਲੀਆਂ ਨੇ, ਪਹਿਲਾਂ ਬੜੇ ਜ਼ੋਰ ਦੀ ਚੱਲੀਆਂ ਨੇ, ਇਹ ਨਿਸ਼ਾਨੇ ਤੇ ਜਾ ਕੇ ਡਿੱਗਦੀਆਂ ਨੇ। ਲੇਕਿਨ ਯਾਦ ਰੱਖੋ ਕੀ ਕਰਦੇ ਉੱਥੇ ਤੋਪਚੀ, ਜਦੋਂ ਬਰੂਦ ਦੀ ਮਗਰੋਂ ਅਸਲਾ ਭੰਡਾਰ ਹੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਇਆ। ਇੱਕ ਪਾਸੇ ਸਰ ਹਿਊ ਗੌਫ ਚੜਿਆ, ਉਹਦੇ ਨਾਲ ਜਨਰਲ ਗਿਲਬਰਟ ਚੜਿਆ, ਉਹਦੇ ਨਾਲ ਜਨਰਲ ਡਿਕ ਚੜਿਆ, ਉਹਦੇ ਨਾਲ ਆਇਆ ਸਰ ਹੈਰੀ ਸਮਿਥ। ਇੱਕ ਪਾਸੇ ਯੂਨੀਅਨ ਜੱਕ ਦੇ ਝੰਡੇ ਨੇ ਮਾਰੇ ਨੇ ਫਰਾਟੇ, ਇੱਕ ਪਾਸੇ ਤੇਜਾ ਸਿੰਘ, ਲਾਲ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਪੋ ਆਪਣੇ ਦਸਤੇ ਲੈ ਕੇ ਸਭਰਾਵਾਂ ਦੇ ਰਣ ਖੇਤਰ ਅੰਦਰ ਆਇਆ। ਮੇਰੇ ਨਗਰ ਵਡਾਲੇ ਦੇ ਮਹਾਨ ਵਿਦਵਾਨ ਕਵੀ ਜਿਨ੍ਹਾਂ ਨੇ ਜੰਗਨਾਮਾ ਲਿਖਿਆ, ਕਵੀ ਸ਼ਾਹ ਮੁਹੰਮਦ, ਉਹ ਕਹਿੰਦੇ 3 ਹੱਲੇ ਕੀਤੇ ਨੇ ਗੋਰੇ ਨੇ, 3 ਹੱਲੇ ਆਈਆਂ ਬੀੜ ਕੇ ਪੜਤਲਾ ਤੋਪਖਾਨੇ। ਓਏ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਮੋੜ ਸੁੱਟੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਅੰਗਰੇਜ਼ ਸੋਚਣ ਵਾਸਤੇ ਮਜਬੂਰ ਹੋਇਆ, ਪੂਰੇ ਜੋਬਨ ਉੱਤੇ ਜੰਗ ਮੱਚਿਆ ਹੋਇਆ। ਅੰਗਰੇਜ਼ ਹੁਣ ਵੀ ਭੱਜਾ, ਹੁਣ ਵੀ ਭੱਜਾ। ਆਖਰਕਾਰ ਐਨ ਮੌਕੇ ਤੇ ਜਦੋਂ ਖਾਲਸਾ ਫੌਜ ਜਿੱਤ ਦੇ ਨੇੜੇ, ਗਦਾਰਾਂ ਨੇ ਰੰਗ ਵਿਖਾ ਦਿੱਤਾ। ਆਪੋ ਆਪਣੇ ਦਸਤਿਆਂ ਵਿੱਚੋਂ ਤੇਜ ਸਿੰਘ ਤੇ ਲਾਲ ਸਿੰਘ ਨੇ ਰੌਲਾ ਪਾਇਆ, ਜੰਗ ਹਾਰ ਗਏ, ਦੌੜ ਚੱਲੋ ਜਾਨਾਂ ਬਚਾਈਏ। ਡੋਗਰਾ ਫੌਜਾਂ ਭੱਜੀਆਂ ਤੇ ਜਾਂਦਿਆਂ ਹੋਇਆਂ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ। ਮਾਖੇ ਖਾਂ ਵਰਗੇ ਤੋਪਚੀ ਮੱਥੇ ਤੇ ਮਾਰ ਕੇ ਹੱਥ ਕਿਸਮਤ ਨੂੰ ਰੋਂਦੇ ਉਦੋਂ ਨਜ਼ਰ ਆਏ ਜਦੋਂ ਤੋਪਾਂ ਚੱਲਣ ਤੋਂ ਨਕਾਰੀਆਂ ਹੋ ਗਈਆਂ। ਇੱਕ ਦੌੜਿਆ ਆਇਆ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕੋਲ, ਜਥੇਦਾਰ ਜੀ ਬਰੂਦ ਮੁੱਕ ਗਿਆ, ਗੋਲੀ ਸਿੱਕਾ ਮੁੱਕ ਗਿਆ, ਬਕਸਿਆਂ ਵਿੱਚ ਸਰੋਂ ਤੇ ਸੁਆਹ ਨਿਕਲ ਰਹੀ ਹੈ, ਕੀ ਕੀਤਾ ਜਾਵੇ? ਸਰਦਾਰ ਸ਼ਾਮ ਸਿੰਘ ਨੇ ਆਖਿਆ, ਬਹਾਦਰੋ ਬਾਜਾਂ ਵਾਲੇ ਸ਼ਹਿਨਸ਼ਾਹ ਨੇ ਬੰਦੂਕਾਂ ਦੇ ਗੋਲੇ, ਉੱਥੇ ਬਰੂਦ ਨਹੀਂ ਦਿੱਤਾ, ਉੱਥੇ ਤੁਹਾਡੇ ਗਾਤਰੇ ਮਿਆਨਾ ਅੰਦਰ ਇਹ 3-3 3.5 ਫੁੱਟ ਦੀਆਂ ਸ੍ਰੀ ਸਾਹਿਬਾਂ ਪਵਾਈਆਂ ਨੇ। ਅੱਜ ਇਹਨਾਂ ਤੇਗਾਂ ਦੇ ਨਾਲ ਗੋਰਿਆਂ ਦੇ ਘਰਾਂ ਅੰਦਰ ਪਿੱਟਣੇ ਪਵਾ ਕੇ ਰੱਖਦੇ ਹੋ। ਵੇਖਿਓ ਯਾਦ ਕਰੇ ਜੋਰਾ ਕਿ ਇਹਦਾ ਵਾਹ ਕਿਹਦੇ ਨਾਲ ਪਿਆ ਸੀ। ਤੱਕੀਏ ਜਰਾ ਸਭਰਾਵਾਂ ਦੇ ਮੈਦਾਨ ਅੰਦਰ ਚਿੱਟੀ ਚੀਨੀ ਘੋੜੀ ਤੇ ਚਿੱਟੇ ਰੰਗ ਦਾ ਪਾ ਕੇ ਬਾਣਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਉਹ ਬੁੱਢਾ ਜਰਨੈਲ ਪੰਜਾਬ ਦੀ ਆਬਰੂ ਨੂੰ ਬਚਾਉਣ ਵਾਸਤੇ ਆਇਆ। ਉਹ ਕਹਿੰਦੇ ਜਿੱਥੋਂ ਮੁੱਕਦੀ ਮਜਨੂਆ ਰਾਂਝਿਆਂ ਦੀ, ਉਹ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਐ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ। ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ, ਐ ਪਰ ਸੀ ਨਾ ਕਿਹਾ ਜ਼ਬਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜਵਾਨ ਸਾਡੀ। ਮਾਰ ਕੇ ਨਗਾਰਿਆਂ ਤੇ ਚੋਟਾਂ ਛੱਡ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਅੰਗਰੇਜ਼ ਦੇ ਬਈ
बादशाही फौजा भारियां ने, अज होवे सरकार ते मुल पावे जड़ियां खालसे ने तेगा मारियां ने। सने आदमी गोलियां नाल उड्डण, हाथी ढैंदे सने अंबारियां ने। शाह मुहम्मदा एक सरकार बाजो फौजा जित के अंत नूं हारियां ने। सबरावा दे मैदान अंदर खालसा राज दा आखिरी थम सरदार शाम सिंह अटारी दे रूप अंदर डिग्या। 7 गोलियां सरदार दे जिस्म अंदर वजियां। गोरा भी अश अश कर उठिया, वाह ओ मरदा। जे आगू बेईमान गदार ना हुंदे, खालसा फौज कदे भी सबरावां दे पिंड विच ना हारदी। अपने दी बेईमानी करके खालसा फौज हारी। सरदार शाम सिंह अटारी वाला शहीद होया। कादर यार लिखदा है, ओ कहंदा दस्तार सोहनी, गिरफ्तार सोहनी, रफ्तार सोहनी, गल की करे कोई कहण वाला। कादर यार जहान ते नाम रोशन, सरदार शाम सिंह अटारी दे रहन वाला। सरदार शाम सिंह अटारी शहीद होया। अंग्रेज अपने नापाक इरादियां अंदर कामयाब होया। जिहड़ा बड़े वक्त तो पहला तो ही विਉਂता बना रहा सी कदों पंजाब दा राज हड़प्पा, बेईमान आगूआं ने मौका दिता। उन्हें अपने नापाक कदम पंजाब की सरजमीन उत्ते रखे। वरना मालवा देश वखरा सी ते पंजाब वखरा सी। मालवा पंजाब दा हिस्सा नहीं सी, ये अंग्रेज कोल हिंदुस्तान दा हिस्सा सी। सतलुज तो उरला इलाका जिहड़ा है ये खालसा राज दा हिस्सा सी। बेनती करा, ये उस वक्त की दास्तां है जदों विदेशां दा डॉलर रुपये नालों बड़ा सस्ता सी। सब तो महंगी करंसी खालसा राज दी सी। अज साडे मुंडे, साडियां भैणां, साडे वीर विदेशां नूं जांदे ने, लेकिन वो वक्त सी जदों इटली, फ्रांस, इंग्लैंड के जरनैल महाराजा रणजीत सिंह दे तरले कढ़दे सन कि यह पंजाब दे सिपा सलार सानू अपने राज अंदर नौकरी दे। ते कई भर्ती कीते, शर्तां उत्ते एक केस नहीं कटाउणगे, ये तंबाकू दा सेवन नहीं करनगे, शर्तां मनवा के उन्हां नूं अपने कोले नौकरी दित्ती सी। वो राज भाग बर्बाद होया। अज असीं इस आजाद हिंदुस्तान अंदर गुलामां वर्गी जिंदगी जीव रहे हैं, क्योंकि साडे ककारां उत्ते भी ये लोग धावा बोलते ने। साडे बच्चियां नूं प्रीख्या विचों बाहर कढ़ दिता जांदा है, तलाशी दे नां ते ककार ला दिते जांदे ने, दस्तारां उतारियां जांदियां ने। अज साडे नाल वापर रहा, क्योंकि साडे वफादार आगू दे चलाने तो बाद सानू कोई चंगा लीडर नहीं मिलिया जिहड़ा चंगी अगवाई दे के सानू साडे हक दिवाउंदा। सच्चे पातशाह कृपा करन सानू उस महाराजे वर्गा चंगा लीडर ते सरदार शाम सिंह अटारी वर्गे योधे प्राप्त होण। हरि सिंह नलोवे, अकाली बाबा फूला सिंह साहब जी दे वारस सानू चंगे प्राप्त होण। ये बेनती प्रवान कर लैनी। इन्नी को सेवा आप जी दे चरना अंदर रखी है, प्रवान करनी। विचारा करदा बड़ियां गलतियां कर गया हाँ। गुरु की संगत गुरु ग्रंथ साहिब सच्चे पातशाह बख्शणहार हन, बख्श लैना। क्योंकि पूरे दियां गथावां पूरे कह सकते ने। मेरे वर्गे मूर्खा ने की कहना है, तू सुल्तान कहा हो मियाँ, तेरी कमन वडाई, जो तू देहे सो कहा स्वामी, मैं मूर्ख कहन न जाई। हाजरी प्रवान करनी। खंडे बाटे दा अमृत छको, गुरु वाले बन के जीवन नूं सफला बनाओ। साडे सत्कारयोग नगर दे जुम्मेवार सरपंच मास्टर सुविंदर सिंह जी चेयरमैन साहब, उन्हां वल्लों 500 दमड़ा भेजिया गया है। सच्चे पातशाह चढ़दी कला करन। गुरु घर दे प्रधान सरदार गुरदेव सिंह जी, उन्हां वल्लों पहला भी 100 दमड़ा हाजिर होया सी, एक होर 100 दमड़ा भेजदे ने। सरदार सुखविंदर सिंह जी पीए लंबड़दार साहब, उन्हां वल्लों 100 दमड़ा हाजिर होया है। सरदार ज्ञान सिंह जी, उन्हां वल्लों सन्मान हाजिर होया है। धन्नवाद गुरु घर दे ग्रंथी सिंह दा, मैनेजर साहब जी दा धन्नवाद। उत्ते सरदार दलबीर सिंह जी स्टेज सकत्तर साहब जी दा धन्नवाद। प्रिंसीपल दलबीर सिंह जी, उन्हां दा धन्नवाद जिन्हां ने रब वर्गियां संगतां दे दर्शन दिदारे करवाए ने जी। सरदार प्रभ दयाल सिंह हुणां दा, नगर निवासियां दा, गुरु की संगत दा, सौण वाले वीर दा धन्नवाद। सरदार सुखदेव सिंह जी मिस्त्री अपने बच्चों की तंदुरुस्ती वास्ते सन्मान हाजिर करते हैं। हरप्रीत सिंह विदेश विच ने, उन्होंने तंदुरुस्ती चढ़दी कला वास्ते सन्मान हाजिर है। सच्चे पातशाह कृपा करन, सेवा प्रवान कर लैनी। आप जी ने तकिया ही होगा कि दिन दे दीवाना अंदर सरंगी वीर गुरमेल सिंह प्रिंगड़ी ने वजाई सी, ते रात दे दीवान अंदर सरंगी की सेवा बलजीत सिंह कर रहा सी। दोवें वीर सरंगी वजाउंदे ने ते तिन्ने वीर ढड्ड ते सेवा करते हैं। दास जगदीश सिंह वडाला तुहाडी सेवा विच हाजिर है। नदियां वाह विछुन्निया मेला संजोगी राम, ये तो सच्चे पातशाह के हथ में इन्हां दाना पानी कदों लिखिया, क्योंकि नक नथ खसम हथ किरत धक्के दे, जहां दाने तहां खाने, नानका सच है। सेवा प्रवान कर लैनी। गज के फतेह बुलाओ, आखो जी वाहेगुरु जी का खालसा, वाहेगुरु जी की फतेह।
वाहिगुरु जी का खालसा वाहिगुरु जी की फतेह।